ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਸਿੰਘ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ, ਜਿਹਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਕੁਲਜੀਤ ਸਿੰਘ ਦਿਲਬਰ, ਜੋ ਕਿ ਸ਼੍ਰੋਮਣੀ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸੁਪੁੱਤਰ ਨੇ। ਆਓ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਇਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਦੇ ਹਾਂ, ਔਰ ਇਸ ਤੋਂ ਇਲਾਵਾ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਾਂਗੇ, ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਆ ਉਹ ਹੁਣੇ ਲੰਘ ਕੇ ਗਿਆ। ਸੋ ਗੁਰੂ ਸਾਹਿਬ ਦੇ ਜੀਵਨ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ। ਆਓ ਅਸੀਂ ਸਵਾਗਤ ਕਰਦੇ ਹਾਂ ਕੁਲਜੀਤ ਸਿੰਘ ਦਿਲਬਰ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਵੱਲੋਂ। ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਨਾ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਉਹਦੇ ਲਈ ਤੁਹਾਡਾ ਧੰਨਵਾਦ। ਅਤੇ ਸਭ ਤੋਂ ਪਹਿਲਾਂ ਅਸੀਂ, ਜਿਸ ਤਰ੍ਹਾਂ ਮੈਂ ਦੱਸ ਚੁੱਕਾ ਹਾਂ ਕਿ ਤੁਸੀਂ ਦਇਆ ਸਿੰਘ ਦਿਲਬਰ ਜੀ ਦੇ ਪੁੱਤਰ ਹੋ ਜੀ, ਤੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਆਪਣੀ ਇੰਟਰੋਡਕਸ਼ਨ ਆ ਤੁਸੀਂ ਉਹ ਦਿਓ, ਆਪਣੇ ਪਿਤਾ ਜੀ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਸਭ ਤੋਂ ਪਹਿਲੇ ਚੱਕਦੇ ਟੀਵੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਦਿਲਬਰ, ਮੇਰੀ ਅਲ ਦਿਲਬਰ, ਮੈਨੂੰ ਆਖਦੇ ਨੇ ਮੇਰੇ ਮੀਤ ਦਿਲਬਰ। ਗਿਆਨੀ ਦਇਆ ਸਿੰਘ ਦਿਲਬਰ ਹੈ ਬਾਪ ਮੇਰਾ, ਮੇਰਾ ਵੱਡਾ ਭਰਾ ਦਲਜੀਤ ਦਿਲਬਰ। ਮੇਰੇ ਪਿਤਾ ਨੇ 19 ਕਿਤਾਬਾਂ ਲਿਖ ਕੇ ਕਰ ਦਿੱਤਾ ਤਖੱਲਸ ਸੁਰਜੀਤ ਦਿਲਬਰ। ਕਵਿਤਾ ਪੜ੍ਹਨ ਅਤੇ ਲਿਖਣ ਦਾ ਸ਼ੌਕ ਮੈਨੂੰ, ਅਸਲ ਨਾਂ ਹੈ ਮੇਰਾ ਕੁਲਜੀਤ ਸਿੰਘ ਦਿਲਬਰ। ਮੈਂ ਵੈਸੇ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ, ਜਿਨ੍ਹਾਂ ਨੂੰ ਅਜੋਕੇ ਸਮੇਂ ਵਿੱਚ ਢਾਡੀ ਕਲਾ ਦਾ ਬਾਦਸ਼ਾਹ ਕਿਹਾ ਜਾਂਦਾ ਸੀ, ਉਸ ਮਰਹੂਮ ਢਾਡੀ ਦਾ ਮੈਂ ਬੇਟਾ ਹਾਂ। ਮੈਂ ਵੈਸੇ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਐਂਡ ਸਿੰਧ ਬੈਂਕ ਵਿੱਚ ਬਤੌਰ ਹੈੱਡ ਕੈਸ਼ੀਅਰ ਦੀ ਜੌਬ ਕਰ ਰਿਹਾ ਸੀ। ਸਾਡੇ ਪਿਤਾ ਜੀ ਦੀ ਇੱਕ ਖਾਸ ਸੀ ਕਿ ਵਕੀਲ ਦਾ ਪੁੱਤਰ ਵਕੀਲ ਹੈ, ਡਾਕਟਰ ਦਾ ਪੁੱਤਰ ਡਾਕਟਰ ਹੈ, ਇੰਜੀਨੀਅਰ ਦਾ ਪੁੱਤਰ ਇੰਜੀਨੀਅਰ ਹੈ, ਪਰ ਕਿਸੇ ਢਾਡੀ ਦਾ ਪੁੱਤਰ ਢਾਡੀ ਨਹੀਂ। ਅਤੇ ਮੈਂ ਚਾਹੁੰਦਾ ਕਿ ਮੇਰਾ ਬੂਟਾ ਜ਼ਰੂਰ ਲੱਗੇ, ਪਰ ਮੇਰੇ ਮਨ ਵਿੱਚ ਪੱਛਮੀ ਪਹਿਰਾਵੇ ਦੀ ਬੜੀ ਰੀਝ ਸੀ, ਪਰ ਮੈਂ ਪਹਿਲਾਂ ਤਾਂ ਢਾਡੀ ਬਣਨਾ ਪਸੰਦ ਨਾ ਕੀਤਾ। ਬਾਅਦ ਵਿੱਚ ਜੋ 1984 ਤੋਂ ਬਾਅਦ ਸਿੱਖ ਕੌਮ ਦੇ ਉੱਤੇ ਦੁਖਾਂਤ ਆਇਆ, ਜੋ ਖਾੜਕੂਵਾਦ ਲਹਿਰ ਸੀ, ਉਹਦਾ ਸੇਕ ਜਿਹੜਾ ਹੈ ਉਹ ਸਾਡੇ ਦਿਲਬਰ ਪਰਿਵਾਰ 'ਤੇ ਵੀ ਪਿਆ। ਗਿਆਨੀ ਦਇਆ ਸਿੰਘ ਦਿਲਬਰ ਜੀ ਨੂੰ ਭੜਕਾਊ ਵਾਰਾਂ ਗਾਉਣ ਦੇ ਦੋਸ਼ ਹੇਠ ਬੜੈਲ ਜੇਲ੍ਹ ਦੀਆਂ ਸੀਖਾਂ ਵਿੱਚ ਬੰਦ ਕਰ ਦਿੱਤਾ। ਤਾਂ ਉਸ ਵੇਲੇ ਮੈਂ ਇੱਕ ਨਿਮਾਣਾ ਜਿਹਾ ਢਾਡੀ ਬਣ ਕੇ ਸੰਗਤਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਮੇਰੇ ਢਾਡੀ ਬਣਨ ਦਾ ਸਬੱਬ ਬਣਿਆ। ਸੋ ਕਹਿ ਲਓ ਇਹ ਜਿਹੜਾ ਕਲਾ ਸੀਗੀ ਉਹ ਖੂਨ ਦੇ ਵਿੱਚ ਹੀ ਸੀ, ਬਸ ਇੱਕ ਹੁਲਾਰਾ ਮਿਲਣ ਦੀ ਲੋੜ ਸੀ ਬਸ। ਉਹ ਮੈਂ ਤਾਂ ਕਈ ਵਾਰੀ ਇਹ ਸੋਚਿਆ ਕਰਦਾ ਕਿ ਸ਼ਾਇਦ ਕੁਦਰਤ ਨੇ ਮੇਰੇ ਵਾਸਤੇ ਵਿਧ ਤਿਆਰ ਕੀਤੀ ਕਿ ਉਹਨਾਂ ਨੇ ਦਿਲਬਰ ਸਾਹਿਬ ਨੂੰ ਜੇਲ੍ਹ ਦੇ ਵਿੱਚ ਸੀਖਾਂ ਵਿੱਚ ਡੱਕਣਾ ਸੀ ਅਤੇ ਮੈਨੂੰ ਉਹਨਾਂ ਨੇ ਢਾਡੀ ਬਣਾਉਣਾ ਸੀ। ਸੋ ਇਸ ਤਰ੍ਹਾਂ ਮੇਰੇ ਢਾਡੀ ਬਣਨ ਦਾ ਸਬੱਬ ਬਣਿਆ। ਸੋ ਅੱਜ ਮੈਂ ਦੇਸਾਂ ਪ੍ਰਦੇਸਾਂ ਵਿੱਚ ਆਪਣੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ। ਸੋ ਸੰਗਤਾਂ ਦਿਲ ਦੀ ਬੁੱਕਲ ਵਿੱਚੋਂ ਬੜਾ ਪਿਆਰ ਦੇ ਰਹੀਆਂ ਨੇ, ਬੜਾ ਸਤਿਕਾਰ ਦੇ ਰਹੀਆਂ ਨੇ। ਠੀਕ ਹੈ ਜੀ। ਅਤੇ ਜੇ ਅਸੀਂ ਗੱਲਬਾਤ ਕਰੀਏ ਕਿ ਦਇਆ ਸਿੰਘ ਜੀ ਦਿਲਬਰ ਔਰ ਉਹਨਾਂ ਦੇ ਜੀਵਨ ਦੇ ਆਧਾਰਿਤ ਅਸੀਂ ਪਹਿਲਾਂ ਗੱਲਬਾਤ ਕਰਦੇ ਸੀ ਕਿ ਡਾਕੂਮੈਂਟਰੀਜ਼ ਵੀ ਬਣ ਚੁੱਕੀਆਂ, ਔਰ ਉਹਦੇ ਵਿੱਚ ਤੁਹਾਡਾ ਜਿਹੜਾ ਵਰਣਨ ਹੈ ਉਹ ਵੀ ਕਾਫੀ ਆਇਆ ਹੈ। ਔਰ ਤੁਹਾਡੇ ਜੇ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੇ? ਮੇਰੇ ਪਰਿਵਾਰ ਦੇ ਵਿੱਚ ਇੱਕ ਮੇਰੀ ਪਤਨੀ ਹੈ, ਮੇਰੇ 2 ਬੱਚੇ ਨੇ, ਤੋ ਆਪਣੀ ਆਪਣੀ ਜਗ੍ਹਾ 'ਤੇ ਸਾਰੇ ਸੈਟਲ ਨੇ ਜੀ। ਮੈਂ ਪੰਜਾਬ ਐਂਡ ਸਿੰਧ ਬੈਂਕ ਤੋਂ ਰਿਜ਼ਾਈਨ ਕਰਕੇ ਮੈਂ ਸੱਚੇ ਪਰਵਦਗਾਰ ਦੀ ਹੁਣ ਨੌਕਰੀ ਕਰ ਰਿਹਾ। ਅਤੇ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਲੰਧਰ ਦੂਰਦਰਸ਼ਨ ਕੇਂਦਰ ਨੇ ਮੇਰੇ ਜੀਵਨ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਸੀ, ਉਮਰਾਂ ਦੇ ਪੈਂਡੇ। ਸੋ ਬਾਕੀ ਮੈਂ ਪ੍ਰੋਗਰਾਮ ਗੱਲਾਂ ਅਤੇ ਗੀਤ ਵਿੱਚ ਵੀ ਮੇਰੇ ਕਾਫੀ TV ਦੇ ਉੱਤੇ, ਰੇਡੀਓ ਦੇ ਉੱਤੇ ਮੇਰੀਆਂ ਕਾਫੀ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਸੋ ਮੇਰੀ ਇੱਕੋ ਹੀ ਖਾਸ਼ ਹੈ ਕਿ ਮੈਂ ਢਾਡੀ ਕਲਾ ਨੂੰ ਪ੍ਰਫੁੱਲਤਾ ਵੱਲ ਵੇਖਣਾ ਚਾਹੁੰਦਾ। ਪਰ ਅੱਜ ਜਿਸ ਤਰ੍ਹਾਂ ਪੱਛਮੀ ਸੰਗੀਤ ਦੀਆਂ ਪੌਪ ਧੁਨਾਂ ਦੇ ਵਾਵਰੋਲੇ ਵਿੱਚ ਢਾਡੀ ਕਲਾ ਨੂੰ ਸੱਟ ਵੱਜ ਰਹੀ ਹੈ, ਇਹ ਸਾਡੇ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ। ਔਰ ਮੈਂ ਚਾਹੁੰਦਾ ਕਿ ਇਹ ਢਾਡੀ ਕਲਾ ਜਿਹੜੀ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂਹੇ। ਅੱਜ ਦਾ ਨੌਜਵਾਨ ਜੋ ਹੈ ਉਹ ਢਾਡੀ ਬਣਨ ਲਈ ਤਿਆਰ ਨਹੀਂ। ਅੱਜ ਦਾ ਨੌਜਵਾਨ
ਇਲੈਕਟ੍ਰੋਨਿਕ ਮੀਡੀਆ ਵੱਲ ਦੌੜ ਰਿਹਾ, ਪਰ ਮੈਂ ਕਹਿੰਦਾ ਵੀ ਕਲਾ ਕੋਈ ਵੀ ਮਾੜੀ ਨਹੀਂ। ਕਲਾ ਉਸ ਲਈ ਢਹਿੰਦੀ ਕਲਾ 'ਚ ਜਾਂਦੀ ਹੈ ਜਦੋਂ ਕਿਸੇ ਕਲਾ ਦਾ ਤਿਰਸਕਾਰ ਹੋਣ ਲੱਗ ਪਵੇ। ਬਿਲਕੁਲ। ਸੋ ਮੈਂ ਇੱਕ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹਾਂਗਾ ਕਿ ਭਾਈ ਉਹ ਢਾਡੀ ਬਣਨ ਤੋਂ ਨਾ ਸ਼ਰਮਾਉਣ। ਅਗਰ ਢਾਡੀ ਕਲਾ ਉਹ ਅਪਣਾ ਕੇ ਰੁਜ਼ਗਾਰ ਦੇ ਤੌਰ 'ਤੇ ਵੀ ਅਪਣਾਉਣ ਤਾਂ ਇਹ ਵੀ ਉਹਨਾਂ ਵਾਸਤੇ ਇੱਕ ਚੰਗਾ ਸਾਧਨ ਹੈ। ਜੀ। ਸੋ ਜਿੱਦਾਂ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਅਸੀਂ ਤੁਹਾਡੇ ਜੀਵਨ ਬਾਰੇ ਤਾਂ ਕਾਫੀ ਕੁਛ ਜਾਣ ਲਿਆ। ਤੁਸੀਂ ਇੱਕ ਜਿਹੜਾ ਸ਼ੇਅਰ ਕਿਹਾ ਉਹਦੇ ਨਾਲ ਹੀ ਮੇਰੇ ਹਿਸਾਬ ਨਾਲ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਜੀ। ਉਸ ਤੋਂ ਇਲਾਵਾ ਅਸੀਂ ਜਿਹੜਾ ਅੱਜ ਦਾ ਮੁੱਦਾ ਸਾਡਾ ਗੱਲਬਾਤ ਦਾ ਉਹ ਹੈ ਗੁਰੂ ਰਾਮਦਾਸ ਜੀ ਦੀ ਜੀਵਨ ਬਾਰੇ ਜਿਹੜੀ ਆ ਅਸੀਂ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੁਰੂ ਰਾਮਦਾਸ ਜੀ ਦੀ ਗੱਲ ਕਰੀਏ ਤਾਂ ਹਰੇਕ ਕਿਸੇ ਦੇ ਦਿਮਾਗ ਦੇ ਵਿੱਚ ਅੰਮ੍ਰਿਤਸਰ ਸਾਹਿਬ ਜਿਹੜੇ ਉਹ ਆ ਜਾਂਦਾ ਹੈ ਕਿ ਉਹਨਾਂ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਗਿਆ ਜੀ। ਪਰ ਗੁਰੂ ਰਾਮਦਾਸ ਜੀ ਦਾ ਪਿਛੋਕੜ ਜਿਹੜਾ ਆ, ਉਹਨਾਂ ਦਾ ਬਚਪਨ, ਉਹਨਾਂ ਦਾ ਜਨਮ ਸਥਾਨ, ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਉਹ ਸਾਡੇ ਸੰਗਤਾਂ ਨੂੰ ਦਿਓ। ਸਭ ਤੋਂ ਪਹਿਲੇ ਸਰੋਤਿਆਂ ਨੂੰ ਧੰਨ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਜਿੱਥੋਂ ਤੱਕ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਪਨ ਦਾ ਸੰਬੰਧ ਹੈ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਚੂਨਾ ਮੰਡੀ ਲਾਹੌਰ, ਇਹਨਾਂ ਦੇ ਪਿਤਾ ਦਾ ਨਾਂ ਸੀ ਭਾਈ ਹਰਦਾਸ, ਇਹਨਾਂ ਦੀ ਮਾਤਾ ਦਾ ਨਾਂ ਸੀ ਦਇਆਵੰਤੀ। 26 ਅੱਸੂ ਕੱਤਕ ਸੁਦੀ 2 1591 ਬਿਕਰਮੀ 24 ਸਤੰਬਰ 1534 ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਹੋਇਆ। ਬਚਪਨ ਇਹਨਾਂ ਦਾ ਚੂਨਾ ਮੰਡੀ ਲਾਹੌਰ ਦੀਆਂ ਗਲੀਆਂ ਵਿੱਚ ਗੁਜ਼ਰਿਆ। ਮਿੱਟੀ ਵਿੱਚ ਖੇਡਦੇ ਰਹੇ, ਹੱਸਦੇ ਰਹੇ, ਖੇਡਦੇ ਰਹੇ। ਪਰ ਕੁਦਰਤ ਦਾ ਇੱਕ ਜੋ ਅਸੂਲ ਹੈ ਕਿ ਮੌਤ ਜਿਹੜੀ ਹੈ ਉਹ ਦੱਸ ਕੇ ਨਹੀਂ ਆਉਂਦੀ। ਭਾਈ ਜੇਠਾ ਜੀ, ਪਹਿਲਾਂ ਇਹਨਾਂ ਦਾ ਨਾਂ ਸੀ ਜੇਠਾ ਜੀ ਜੀ, ਬਾਅਦ ਵਿੱਚ ਇਹ ਜਦੋਂ ਗੁਰਗੱਦੀ ਉੱਤੇ ਬੈਠੇ ਹੈ ਇਹਨਾਂ ਦਾ ਨਾਂ ਇਹ ਧੰਨ ਧੰਨ ਸੋਢੀ ਸੁਲਤਾਨ ਬਾਦਸ਼ਾਹ ਬਣ ਕੇ ਗੁਰੂ ਗੱਦੀ ਉੱਤੇ ਬੈਠੇ ਨੇ। ਸੋ ਮਾਤਾ ਪਿਤਾ ਨੇ ਇਹਨਾਂ ਦਾ ਨਾਂ ਰੱਖਿਆ ਜੇਠਾ, ਕਿਉਂਕਿ ਮਾਪਿਆਂ ਦੇ ਇਕਲੌਤੇ ਪੁੱਤਰ ਸੀ। ਮਾਤਾ ਪਿਤਾ ਬਚਪਨ ਵਿੱਚ ਅਕਾਲ ਚਲਾਣਾ ਕਰ ਗਏ ਅਤੇ ਸ਼ਰੀਕਿਆਂ ਨੇ ਬਾਂਹ ਨਾ ਫੜੀ ਤਾਂ ਇਹਨਾਂ ਦੀ ਨਾਨੀ ਇਹਨਾਂ ਨੂੰ ਉਂਗਲ ਲਾ ਕੇ ਇਹ ਬਾਸਰ ਕੇ ਲੈ ਆਈ। ਅਤੇ ਬਾਸਰ ਕੇ ਨਾਨਕੇ ਵੀ ਬਹੁਤੇ ਅਮੀਰ ਨਹੀਂ ਸੀ, ਉਹਨਾਂ ਨੇ ਇਹਨਾਂ ਨੂੰ ਥੋੜ੍ਹੇ ਛੋਲੇ ਉਬਾਲ ਦੇਣੇ ਅਤੇ ਇਹਨਾਂ ਨੇ ਇੱਕ ਸਿਰ 'ਤੇ ਛਾਵੜੀ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਅੱਗੇ ਜਾ ਕੇ ਖੜ੍ਹ ਜਾਣਾ। ਉੱਥੇ ਇਹਨਾਂ ਨੇ ਆਣ ਕੇ ਟਕੇ ਟਕੇ ਦੇ ਛੋਲੇ ਵੇਚਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਹੋਕਾ ਦੇਣਾ, ਛੋਲੇ ਲੈ ਲਓ, ਘੁੰਗਣੀਆਂ ਲੈ ਲਓ। ਕਿਸੇ ਨੇ ਇਹ ਕਹਿਣਾ ਜੀ ਇਹਦੇ ਵਿੱਚ ਲੂਣ ਨਹੀਂ ਹੈ, ਕਿਸੇ ਨੇ ਕਹਿਣਾ ਜੀ ਗੰਦੇ ਆ, ਦੁਰਕਾਰ ਕੇ ਤੁਰ ਜਾਣਾ। ਸੋ ਇਸ ਤਰ੍ਹਾਂ ਇਹਨਾਂ ਦਾ ਬਚਪਨ ਜਿਹੜਾ ਸੀ ਉਹ ਚੱਲਦਾ ਰਿਹਾ। ਪਰ ਬਚਪਨ ਤੋਂ ਜਿਹੜਾ ਗੁਰੂ ਘਰ ਨਾਲ ਨਾਤਾ ਉਹ ਕਿੱਦਾਂ ਜੁੜਿਆ? ਦੇਖੋ, ਜਦੋਂ ਇਹਨਾਂ ਦੇ ਨਾਨੀ ਜੀ ਇਹਨਾਂ ਨੂੰ ਆਪਣੇ ਬਾਸਰ ਕੇ ਲੈ ਆਏ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਉਹ ਪਿੰਡ ਬਾਸਰਕੇ ਦੇ ਰਹਿਣ ਵਾਲੇ ਸੀ ਅਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਦੀ ਸੇਵਾ ਕਰਾ ਰਹੇ ਸੀ। ਮੈਂ ਇਹ ਵੀ ਦੱਸ ਦਿਆਂ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਵਸਾਇਆ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ ਵਸਾਇਆ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਸੋ ਉਸ ਵੇਲੇ ਗੋਇੰਦਵਾਲ ਸਾਹਿਬ ਦੀ ਸੇਵਾ ਚੱਲ ਰਹੀ ਸੀ। ਸੋ ਇਹਨਾਂ ਦੇ ਨਾਨਕਿਆਂ ਨੇ ਥੋੜ੍ਹੇ ਜਿਹੇ ਛੋਲੇ ਉਬਾਲ ਦੇਣੇ, ਇਹ ਮਹਾਰਾਜ ਦੇ ਦਰਬਾਰ ਵਿੱਚ ਆਉਣਾ ਅਤੇ ਉੱਥੇ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ। ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕਿਸੇ ਨੇ ਕਹਿਣਾ ਜੀ ਇਹਦੇ 'ਚ ਲੂਣ ਨਹੀਂ ਹੈ, ਕਿਸੇ ਨੇ ਕਹਿਣਾ ਜੀ ਇਹ ਗੰਦੇ ਨੇ, ਦੁਰਕਾਰ ਕੇ ਤੁਰ ਜਾਣਾ। ਸੋ ਇੱਕ ਦਿਨ ਜਿੱਦਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਮਹਿਲਾਂ ਵਿੱਚ ਆਏ ਅਤੇ ਉਹਨਾਂ ਦੇ ਪਤਨੀ ਮਾਤਾ ਮਨਸ਼ਾ ਦੇਵੀ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਵੀ ਘਰ ਦੇ ਕੰਮਾਂ ਵੱਲ ਵੀ ਖਿਆਲ ਦਿਓ। ਦੇਖੋ ਬੀਬੀ ਭਾਨੀ ਜੀ ਮੁਟਿਆਰ ਹੋ ਗਏ ਨੇ, ਇਹਨਾਂ ਵਾਸਤੇ ਯੋਗ ਵਰ ਦੀ ਤਲਾਸ਼ ਕਰਾਓ। ਗੁਰੂ ਅਮਰਦਾਸ ਮਹਾਰਾਜ ਦੀਆਂ 2 ਸਪੁੱਤਰੀਆਂ ਸੀ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ। ਬੀਬੀ ਦਾਨੀ ਜੀ ਦੀ ਸ਼ਾਦੀ ਤੇ ਭਾਈ ਰਾਮਾ ਜੀ ਨਾਲ ਹੋ ਚੁੱਕੀ ਹੈ। ਹੁਣ ਬੀਬੀ ਭਾਨੀ ਜੀ ਮੁਟਿਆਰ ਹੋ ਗਏ ਅਤੇ ਘਰ ਦੇ ਵਿੱਚ ਵਿਚਾਰ ਚੱਲੀ ਕਿ ਆਪਾਂ ਇਹਦੇ ਵਾਸਤੇ ਕੋਈ ਯੋਗ ਵਰ ਤਲਾਸ਼ ਕਰੀਏ। ਸੋ ਮਹਾਰਾਜ ਨੇ ਉਸ ਵੇਲੇ ਪੰਡਤ ਸੱਦ ਲਿਆ। ਉਸ ਵੇਲੇ ਲਾਗੀ ਰਿਸ਼ਤਾ ਤੈਅ ਕਰਦੇ ਸੀ। ਹੁਣ ਤਾਂ ਰਿਵਾਜ਼ ਬਦਲ ਗਏ ਨੇ, ਆਪਾਂ ਜੇ ਕਿਸੇ ਨੇ ਰਿਸ਼ਤਾ ਕਰਨਾ ਹੋਵੇ ਤਾਂ ਆਪਾਂ ਅਖਬਾਰਾਂ 'ਚ ਮੈਟਰੀਮੋਨੀਅਲ ਦੇ ਦਿੰਦੇ ਹਾਂ ਜਾਂ ਰਿਸ਼ਤੇਦਾਰੀ 'ਚ 10 ਪਾ ਦਿੰਦੇ ਹਾਂ। ਪਰ ਪੁਰਾਤਨ ਸਮਿਆਂ ਦੇ ਵਿੱਚ ਲਾਗੀ ਰਿਸ਼ਤਾ ਤੈਅ ਕਰਦੇ ਸੀ।
ਉਹ ਮਹਾਰਾਜ ਨੇ ਪੰਡਤ ਸੱਦ ਲਿਆ। ਉਹ ਆਇਆ, ਉਹਨੇ ਪੂਚਾ ਪਾਚੀ ਕੀਤੀ, ਸਗਨ ਕੀਤੇ, ਹਵਨ ਮਨਾ ਕੀਤਾ ਤੇ ਲੜਕੀ ਦੀ ਤਲਾਸ਼ ਵਿੱਚ ਨਿਕਲਿਆ। ਅਜੇ ਥੋੜ੍ਹੀ ਦੂਰ ਗਿਆ ਤੇ ਮਨ ਵਿੱਚ ਖਿਆਲ ਆਇਆ ਵੀ ਲੜਕਾ ਕਿਹੋ ਜਿਹਾ ਹੋਣਾ ਚਾਹੀਦਾ, ਇਹ ਤਾਂ ਪੁੱਛਿਆ ਹੀ ਨਹੀਂ। ਉਹ ਜਦੋਂ ਵਾਪਸ ਆਏ ਉਹਨੇ ਕਿਹਾ ਮਾਤਾ ਜੀ ਵੀ ਮੈਂ ਲੜਕਾ ਵੇਖਣ ਤੇ ਚੱਲਿਆ, ਮੈਨੂੰ ਇਹ ਤੇ ਦੱਸੋ ਵੀ ਲੜਕਾ ਹੋਣਾ ਕਿਹੋ ਜਿਹਾ ਚਾਹੀਦਾ। ਤੇ ਅਜੇ ਇੰਨੀ ਗੱਲ ਕੀਤੀ ਸੀ ਤੇ ਮਹਿਲਾਂ ਦੇ ਬਾਹਰ ਭਾਈ ਜੇਠਾ ਜੀ ਨੇ ਆਣ ਕੇ ਹੋਕਾ ਦੇ ਦਿੱਤਾ ਵੀ ਛੋਲੇ ਲੈ ਲਓ, ਘੁੰਗਣੀਆਂ ਲੈ ਲਓ। ਤੇ ਜਦੋਂ ਇੰਨੀ ਗੱਲ ਕਹੀ ਤੇ ਮਾਤਾ ਮਨਸ਼ਾ ਦੇਵੀ ਜੀ ਇਸ਼ਾਰਾ ਕਰਕੇ ਕਹਿੰਦੇ ਪੰਡਤ ਜੀ ਲੜਕਾ ਉਹੋ ਜਿਹਾ ਚਾਹੀਦਾ ਜਿਹੋ ਜਿਹਾ ਬਾਹਰ ਛੋਲੇ ਵੇਚ ਰਿਹਾ। ਤੇ ਕੋਲ ਗੁਰੂ ਅਮਰਦਾਸ ਮਹਾਰਾਜ ਬੈਠੇ, ਕਹਿਣ ਲੱਗੇ ਭਾਗਵਾਨੀ ਜੇ ਲੜਕਾ ਇਹੋ ਜਿਹਾ ਚਾਹੀਦਾ ਉਹੋ ਜਿਹਾ ਫਿਰ ਇਹੀ ਹੈ। ਮਹਾਰਾਜ ਕਹਿੰਦੇ ਪੰਡਤ ਜੀ ਲੜਕੇ ਨੂੰ ਆਵਾਜ਼ ਮਾਰ ਲਓ। ਮਹਾਰਾਜ ਆਣ ਕੇ ਮਹਾਰਾਜ ਦੇ ਕੋਲ ਆਇਆ, ਮਹਾਰਾਜ ਨੇ ਕੋਲ ਬਿਠਾ ਕੇ ਅਸੀਸ ਦਿੱਤੀ। ਕਹਿਣ ਲੱਗਾ ਪਹਿਲਾਂ ਤਾਂ ਭਾਈ ਜੇਠਾ ਬੜਾ ਖੁਸ਼ ਹੋਇਆ ਵੀ ਅੱਜ ਮੇਰੇ ਸਾਰੇ ਛੋਲੇ ਵਿਕ ਜਾਣੇ ਹੈ ਤੇ ਜਦੋਂ ਮੇਰੇ ਛੋਲੇ ਮਹਾਰਾਜ ਨੇ ਖਰੀਦ ਲਏ ਮੈਂ ਜਾ ਕੇ ਬੌਲੀ ਸਾਹਿਬ ਦੀ ਸੇਵਾ ਕਰਾਂਗਾ। ਮਨ ਵਿੱਚ ਗੁਰੂ ਪ੍ਰਤੀ ਸਤਿਕਾਰ ਪਹਿਲਾਂ ਤੋਂ ਹੀ ਭਾਈ ਜੇਠਾ ਜੀ ਦੇ ਮਨ ਵਿੱਚ ਬੜਾ ਸੀ ਤੇ ਮਨ ਵਿੱਚ ਤਾਂ ਇਹ ਖਿਆਲ ਸੀ ਵੀ ਮਹਾਰਾਜ ਛੋਲੇ ਖਰੀਦ ਲੈਣਗੇ ਤੇ ਮੈਂ ਜਾ ਕੇ ਬੌਲੀ ਸਾਹਿਬ ਦੀ ਸੇਵਾ ਕਰਾਂਗਾ। ਤੇ ਮਹਾਰਾਜ ਨੇ ਕੋਲ ਬਿਠਾ ਕੇ ਪੁੱਛਿਆ ਬੇਟਾ ਤੂੰ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਤੇਰੀ ਜਾਤ ਕੀ ਹੈ। ਇਹ ਕਹਿੰਦਾ ਜੀ ਦਰਅਸਲ ਮੇਰਾ ਨਾਂ ਤੇ ਹੈ ਰਾਮਦਾਸ, ਪਰ ਲੋਕ ਮੈਨੂੰ ਜੇਠਾ ਕਹਿੰਦੇ ਨੇ। ਮਾਪਿਆਂ ਨੇ ਮੇਰਾ ਨਾਂ ਜੇਠਾ ਰੱਖਿਆ। ਮਾਤਾ ਪਿਤਾ ਮੇਰੇ ਅਕਾਲ ਚਲਾਣਾ ਕਰ ਗਏ ਨੇ, ਮੈਂ ਆਪਣੇ ਨਾਨਕੇ ਪਿੰਡ ਬਾਸਰ ਕੇ ਰਹਿਣਾ। ਜਦੋਂ ਮਹਾਰਾਜ ਜੀ ਨੇ ਸਾਰਾ ਕੁਝ ਪੁੱਛ ਲਿਆ, ਅਖੀਰ ਦੇ ਵਿੱਚ ਇੱਕ ਸਵਾਲ ਕੀਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਬੇਟਾ ਤੂੰ ਬਾਣੀ ਪੜ੍ਹਦਾ? ਤੇ ਇਹ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਵੀ ਹੁਣ ਤੱਕ ਜਿੰਨੀ ਬਾਣੀ ਲਿਖੀ ਗਈ ਹੈ ਉਹ ਦਾਸ ਦੇ ਕੰਠ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਅੱਖਾਂ ਭਰ ਲਈਆਂ, ਕਹਿਣ ਲੱਗੇ ਸਾਰੀ ਬਾਣੀ ਕੰਠ ਹੈ? ਕਹਿੰਦਾ ਹਾਂ ਸਤਿਗੁਰੂ। ਤੇ ਮਹਾਰਾਜ ਨੇ ਉਸ ਵੇਲੇ ਪਰਿਵਾਰ ਨੂੰ ਹੁਕਮ ਕੀਤਾ ਥਾਲੀ ਲਿਆਓ। ਥਾਲੀ ਆ ਗਈ, ਉਹਦੇ 'ਚ ਮਹਾਰਾਜ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਸਗਨ ਸਜਾਇਆ ਤੇ ਮਹਾਰਾਜ ਨੇ ਭਾਈ ਜੇਠਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਸੋ ਮਹਾਰਾਜ ਦੇ ਇਹੋ ਜਿਹੇ ਕੌਤਕ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਰਿਸ਼ਤੇ ਕਰਨੇ ਪੈ ਜਾਣ ਅਸੀਂ ਕਰਾਂਗੇ? ਹਰਗਿਜ਼ ਨਹੀਂ ਕਰਾਂਗੇ, ਕਿਉਂਕਿ ਸਾਨੂੰ ਅੱਜ ਸਮਾਜ ਦਾ ਡਰ ਮਾਰ ਰਿਹਾ। ਪਰ ਗੁਰੂ ਅਮਰਦਾਸ ਮਹਾਰਾਜ ਦੇ ਅਨੋਖੇ ਚੋਜ ਜਿਨ੍ਹਾਂ ਨੇ ਸ਼੍ਰੀ ਗੁਰੂ ਭਾਈ ਜੇਠਾ ਜੀ ਨੂੰ ਆਪਣੀ ਪੁੱਤਰੀ ਵਾਸਤੇ ਚੁਣ ਲਿਆ। ਇਹ ਨਹੀਂ ਵੇਖਿਆ ਕਿ ਉਹ ਗਰੀਬ ਹੈ, ਇਹ ਨਹੀਂ ਵੇਖਿਆ ਕਿ ਉਹਦੇ ਮਾਤਾ ਪਿਤਾ ਨਹੀਂ ਹਨ, ਉਹਨਾਂ ਨੇ ਆਪਣੀ ਪੁੱਤਰੀ ਦਾ ਸਗਨ ਭਾਈ ਜੇਠਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਸੋ ਇਸ ਤਰ੍ਹਾਂ ਉਹਨਾਂ ਦੇ ਗੁਰੂ ਘਰ ਦੇ ਨਾਲ ਜੁੜਨ ਦਾ ਸਬੱਬ ਵੀ ਬਣਿਆ ਸੀ ਤੇ ਗੁਰੂ ਘਰ ਨਾਲ ਉਹ ਪਹਿਲਾਂ ਵੀ ਜੁੜੇ ਹੋਏ ਸੀ। ਗੁਰੂ ਘਰ ਨਾਲ ਪਹਿਲਾਂ ਹੀ ਜੁੜੇ ਹੋਏ ਸੀ ਔਰ ਉਸ ਤੋਂ ਬਾਅਦ ਜਿਹੜਾ ਗੁਰੂ ਘਰ ਨਾਲ ਨਾਤਾ ਜਿਹੜਾ ਰਿਸ਼ਤਾ ਜਿਹੜਾ ਉਹ ਉਸ ਤੋਂ ਬਾਅਦ ਜੁੜ ਗਿਆ। ਸੋ ਇੱਕ ਗੁਰੂ ਸਾਹਿਬ ਨੇ ਇੱਕ ਬਹੁਤ ਵਧੀਆ ਜਿਹੜੀ ਮਿਸਾਲ ਸੰਗਤ ਸਾਹਮਣੇ ਪੇਸ਼ ਕੀਤੀ ਸੀਗੀ, ਪਰ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਸਾਰੀ ਜਿਹੜੀ ਬਿਲਕੁਲ ਅੱਜ ਕੱਲ੍ਹ ਸਾਨੂੰ ਸਾਰੇ ਭੁੱਲ ਚੁੱਕੇ ਆ ਇੱਦਾਂ ਦੀਆਂ ਚੀਜ਼ਾਂ ਨੂੰ, ਇੱਦਾਂ ਦੀਆਂ ਗੱਲਾਂ ਨੂੰ। ਸੋ ਇੱਕ ਵਾਰੀ ਫਿਰ ਮੇਰੇ ਹਿਸਾਬ ਨਾਲ ਲੋਕਾਂ ਨੂੰ ਯਾਦ ਕਰਾਉਣ ਦੀ ਲੋੜ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਗੁਰੂ ਸਾਹਿਬ ਦੇ ਅਨੋਖੇ ਚੂਚ ਕਹਿ ਸਕਦੇ ਹਾਂ। ਵੈਸੇ ਵੇਖੋ ਆਪਾਂ ਜੀ ਗੁਰੂ ਅਮਰਦਾਸ ਮਹਾਰਾਜ ਦਾ ਵੀ ਪਿਛਲਾ ਜੀਵਨ ਦੇਖੀਏ ਜੀ, ਤਾਂ ਪਹਿਲ ਉਹ ਹਰਿਦੁਆਰ ਜਾਂਦੇ ਸੀ ਜੀ, ਉੱਥੇ ਗੰਗਾ ਇਸ਼ਨਾਨ ਕਰਕੇ ਆਉਂਦੇ ਸੀ, ਪਰ ਲੇਕਿਨ ਜਦੋਂ ਜੀਵਨ ਬਦਲਿਆ ਫਿਰ ਉਹ ਗੁਰੂ ਘਰ ਦੀ ਹੋ ਕੇ ਰਹਿ ਗਏ ਜੀ। ਸੋ ਇਹ ਗੁਰੂ ਸਾਹਿਬ ਦੇ ਅਨੋਖੇ ਚੋਜ ਹੈ। ਸੋ ਗੁਰੂ ਸਾਹਿਬ ਦਾ ਜਿਹੜਾ ਰਿਸ਼ਤਾ ਸੀਗਾ ਉਹ ਪਰਿਵਾਰ ਦੇ ਨਾਲ ਤੇ ਜੁੜ ਗਿਆ। ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਸੇਵਾ ਸੀਗੀ ਗੁਰਗੱਦੀ ਮਿਲਣ ਤੋਂ ਪਹਿਲਾਂ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਸੀ ਔਰ ਉਹਦੇ ਨਾਲ ਇੱਕ ਬਹੁਤ ਵਧੀਆ ਸਾਖੀ ਵੀ ਜੁੜੀ ਹੋਈ ਹੈ। ਉਹਦੇ ਬਾਰੇ ਵੀ ਅਸੀਂ ਜਾਣਕਾਰੀ ਤੁਹਾਡੇ ਕੋਲੋਂ ਜ਼ਰੂਰ ਉਹ ਸਾਖੀ ਸੁਣਾਂਗੇ। ਫਿਲਹਾਲ ਇੱਕ ਸਮਾਂ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਕੁਲਜੀਤ ਸਿੰਘ ਦਿਲਬਰ ਜੀ ਦੇ ਨਾਲ, ਜਿਹੜੇ ਕਿ ਸ਼੍ਰੋਮਣੀ ਢਾਡੀ
ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ ਔਰ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ। ਅਸੀਂ ਗੁਰੂ ਸਾਹਿਬ ਦੇ ਬਚਪਨ ਬਾਰੇ ਜਾਣਕਾਰੀ ਹਾਸਲ ਕੀਤੀ, ਉਹਨਾਂ ਦਾ ਨਾਤਾ ਬੀਬੀ ਭਾਨੀ ਜੀ ਦੇ ਨਾਲ ਕਿੱਦਾਂ ਜੁੜਿਆ ਉਹਦੇ ਬਾਰੇ ਸਾਨੂੰ ਖਾਲਸਾ ਜੀ ਨੇ ਜਾਣਕਾਰੀ ਦਿੱਤੀ। ਸੋ ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਘਰ ਦੀ ਬੇਅੰਤ ਸੇਵਾ ਕਰਦੇ ਰਹੇ ਆ ਔਰ ਸੇਵਾ ਦੇ ਪੁੰਜ ਕਹੇ ਜਾਂਦੇ ਆ। ਸੋ ਅਸੀਂ ਖਾਲਸਾ ਜੀ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਜਿਹੜੀਆਂ ਇੱਕ ਕਥਾ ਜੁੜੀ ਹੋਈ ਆ, ਇੱਕ ਸਾਖੀ ਜੁੜੀ ਹੋਈ ਆ ਗੁਰੂ ਸਾਹਿਬ ਦੀ ਸੇਵਾ ਦੇ ਬਾਰੇ ਔਰ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਪ੍ਰੀਖਿਆ ਲਈ ਗਈ ਸੀ। ਸੋ ਖਾਲਸਾ ਜੀ ਸਾਨੂੰ ਇੱਕ ਜਿਹੜੀ ਸਾਖੀ ਗੁਰੂ ਸਾਹਿਬ ਦੇ ਜੀਵਨ ਬਾਰੇ ਜੁੜੀ ਹੋਈ ਆ, ਜੀਵਨ ਦੇ ਨਾਲ ਕੀ ਗੁਰੂ ਸਾਹਿਬ ਦੀ ਪ੍ਰੀਖਿਆ ਲਈ ਗਈ ਸੀ ਜੀ, ਸੋ ਉਹ ਸਾਨੂੰ ਸਾਡੇ ਜਿਹੜੀ ਸੰਗਤ ਆ ਉਹਨੂੰ ਜ਼ਰੂਰ ਉਹਦੇ ਬਾਰੇ ਜਾਣਕਾਰੀ ਦਿਓ। ਵੈਸੇ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਪਰੰਪਰਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਸੋ ਇਤਿਹਾਸਕਾਰਾਂ ਨੇ ਲਿਖਿਆ ਕਿ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਬਿਸਤਰੇ ਵਿੱਚੋਂ ਉੱਠੇ ਅਤੇ ਉਹਨਾਂ ਨੇ ਆਣ ਕੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਦਰਵਾਜ਼ਾ ਖਟਖਟਾਇਆ। ਕਹਿਣ ਲੱਗੇ, ਬੇਟਾ ਅਕਾਲ ਨਾਲ ਜੁੜਨ ਦਾ ਸਮਾਂ ਹੋ ਗਿਆ ਹੈ, ਜਲਦੀ ਉੱਠੋ। ਤੋ ਬੀਬੀ ਭਾਨੀ ਜੀ ਨੇ ਕਹਿੰਦੇ ਨੇ ਆਪਣਾ ਰਜਾਈ ਦਾ ਨਿੱਘ ਤਿਆਗਿਆ, ਜਲ ਗਰਮ ਕੀਤਾ ਅਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਇਸ਼ਨਾਨ ਕਰਵਾਉਣ ਲੱਗੇ। ਉਹ ਜਿਸ ਪੀੜ੍ਹੇ ਉੱਤੇ ਬੈਠ ਕੇ ਗੁਰੂ ਅਮਰਦਾਸ ਮਹਾਰਾਜ ਇਸ਼ਨਾਨ ਕਰਨ ਲੱਗੇ, ਅਚਨਚੇਤ ਬੀਬੀ ਭਾਨੀ ਜੀ ਦੀ ਨਜ਼ਰ ਉਹ ਟੁੱਟਦੇ ਹੋਏ ਪਾਵੇ ਉੱਤੇ ਪੈ ਗਈ। ਤਾਂ ਬੀਬੀ ਭਾਨੀ ਜੀ ਨੇ ਇੱਕਦਮ ਆਪਣੇ ਪੈਰ ਦਾ ਅੰਗੂਠਾ ਉਸ ਪਾਵੇ ਦੀ ਥਾਂ 'ਤੇ ਰੱਖ ਦਿੱਤਾ। ਉਹ ਕਿੱਲ ਖੁੱਭ ਗਿਆ, ਖੂਨ ਵਹਿਣਾ ਜਾਰੀ ਹੋ ਗਿਆ ਅਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਕੇਸ ਸੰਭਾਲ ਰਹੇ ਸੀ। ਜਦੋਂ ਕੇਸ ਸੰਭਾਲ ਰਹੇ ਸੀ, ਅਚਨਚੇਤ ਉਹਨਾਂ ਨੇ ਖੂਨ ਦੀ ਧਾਰ ਵਹਿੰਦੀ ਵੇਖੀ। ਉਹ ਕਹਿਣ ਲੱਗੇ, ਧੀਏ ਇਹ ਖੂਨ ਕੈਸਾ ਹੈ? ਉਹ ਕਹਿੰਦੀ, ਪਿਤਾ ਜੀ ਕੋਈ ਖਾਸ ਗੱਲ ਨਹੀਂ, ਤੁਸੀਂ ਇਸ਼ਨਾਨ ਕਰੋ। ਅਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਧੀਏ ਮਾਪੇ ਪੁੱਤਰਾਂ ਦਾ ਡੁੱਲਿਆ ਖੂਨ ਤਾਂ ਵੇਖ ਸਕਦੇ ਆ, ਪਰ ਧੀਆਂ ਦਾ ਡੁੱਲਿਆ ਖੂਨ ਨਹੀਂ ਵੇਖ ਸਕਦੇ। ਸਾਨੂੰ ਜਲਦੀ ਦੱਸੋ ਇਹ ਖੂਨ ਕੈਸਾ ਹੈ? ਅਤੇ ਬੀਬੀ ਭਾਨੀ ਜੀ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਜਿਸ ਪੀੜ੍ਹੇ 'ਤੇ ਤੁਸੀਂ ਇਸ਼ਨਾਨ ਕਰ ਰਹੇ ਸੀ ਉਹ ਪੀੜ੍ਹੇ ਦਾ ਪਾਵਾ ਟੁੱਟਦਾ ਵੇਖਿਆ ਅਤੇ ਮੈਂ ਆਖਿਆ ਤੁਸੀਂ ਕਿਤੇ ਡਿੱਗ ਨਾ ਪਵੋ, ਮੈਂ ਆਪਣੇ ਪੈਰ ਦਾ ਅੰਗੂਠਾ ਪਾਵੇ ਦੀ ਥਾਂ 'ਤੇ ਰੱਖ ਦਿੱਤਾ। ਮਹਾਰਾਜ ਕਹਿਣ ਲੱਗੇ, ਧੀਏ ਕਿੱਲ ਖੁੱਭ ਗਿਆ ਹੋਣਾ? ਕਹਿੰਦੀ, ਹਾਂ ਪਿਤਾ ਜੀ। ਕਹਿੰਦੇ, ਦੁੱਖ ਵੀ ਲੱਗਾ ਹੋਵੇਗਾ? ਹਾਂ ਪਿਤਾ ਜੀ। ਕਹਿਣ ਲੱਗੇ, ਤੂੰ ਅੱਜ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਅੱਜ ਗੁਰੂ ਨਾਨਕ ਦਾ ਦਰ ਟੁੱਟਾ, ਮੰਗ ਕੀ ਮੰਗਦੀ ਹੈ? ਬੀਬੀ ਭਾਨੀ ਜੀ ਖੁਸ਼ੀ ਵਿੱਚ ਆ ਗਏ, ਕਹਿੰਦੇ, ਪਿਤਾ ਜੀ ਦਿਓਗੇ? ਕਹਿੰਦੇ, ਹਾਂ, ਅੱਜ ਜੋ ਮੰਗੇਗੀ ਤੇਰੀ ਝੋਲੀ 'ਚ ਪਾ ਦਿਆਂਗੇ। ਬੀਬੀ ਭਾਨੀ ਜੀ ਨੇ ਗੁਰਦੇਵ ਦੇ ਅੱਗੇ ਝੋਲੀ ਅੱਡ ਲਈ, ਕਹਿਣ ਲੱਗੀ, ਪਿਤਾ ਜੀ ਜੇ ਕੋਈ ਵਾਰ ਦੇਣਾ ਤਾਂ ਫਿਰ ਇਹ ਵਾਰ ਦਿਓ ਕਿ ਇਹ ਗੁਰਗੱਦੀ ਘਰ ਦੀ ਘਰ ਵਿੱਚ ਰੱਖੀ ਜਾਏਗੀ। ਇਹ ਸੋਚ ਕੇ ਗੁਰੂ ਅਮਰਦਾਸ ਮਹਾਰਾਜ ਸੋਚਾਂ ਵਿੱਚ ਪੈ ਗਏ। ਕਹਿਣ ਲੱਗੇ, ਧੀਏ ਤੂੰ ਇਹ ਜੋ ਅਜਾਰ ਵਸਤੂ ਮੰਗੀ ਹੈ, ਆਉਣ ਵਾਲਾ ਸਮਾਂ ਬੜਾ ਭਿਆਨਕ ਦਿਸ ਰਿਹਾ, ਕਿ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰੇਂਗੀ? ਕਹਿਣ ਲੱਗੀ, ਪਿਤਾ ਜੀ ਮੇਰਾ ਨਾਂ ਹੈ ਭਾਨੀ, ਭਾਣੇ ਵਿੱਚ ਰਹਿਣਾ, ਅਤੇ ਜੇ ਤੁਹਾਨੂੰ ਵੀ ਮਨਜ਼ੂਰ ਹੈ, ਗੁਰੂ ਨਾਨਕ ਨੂੰ ਵੀ ਮਨਜ਼ੂਰ ਹੈ, ਅਤੇ ਫਿਰ ਭਾਣਾ ਤਾਂ ਮੰਨਣਾ ਪਏਗਾ। ਮਹਾਰਾਜ ਨੇ ਇੱਥੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਨੀ ਜੀ ਨੂੰ ਆਉਣ ਵਾਲਾ ਸਮਾਂ ਪਹਿਲਾਂ ਹੀ ਵਿਖਾਲ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਤੇਰੇ ਪੁੱਤਰ ਨੂੰ ਤਤੀਆਂ ਤਵੀਆਂ 'ਤੇ ਬੈਠਣਾ ਪੈ ਸਕਦਾ, ਤੇਰੇ ਪੋਤਰੇ ਤੇਗ ਬਹਾਦਰ ਨੂੰ ਸੀਸ ਕਟਾਉਣਾ ਪੈ ਸਕਦਾ। ਵੇਖੋ ਮੈਂ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਆਪਣੀਆਂ ਸੰਗਤਾਂ ਨੂੰ ਕਿ ਬੀਬੀ ਭਾਨੀ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦਾ ਪਿਤਾ ਵੀ ਗੁਰੂ ਅਮਰਦਾਸ ਜੀ, ਜਿਨ੍ਹਾਂ ਦਾ ਪਤੀ ਵੀ ਗੁਰੂ ਰਾਮਦਾਸ, ਜਿਨ੍ਹਾਂ ਦਾ ਪੁੱਤਰ ਵੀ ਗੁਰੂ ਅਰਜਨ ਦੇਵ, ਜਿਨ੍ਹਾਂ ਦਾ ਪੋਤਰਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਦਾ ਪੜਪੋਤਰਾ ਵੀ ਗੁਰੂ ਤੇਗ ਬਹਾਦਰ ਸਾਹਿਬ, ਪੜਪੋਤਰੇ ਦਾ ਅੱਗੇ ਪੁੱਤਰ ਗੁਰੂ ਗੋਬਿੰਦ ਸਿੰਘ ਉਹ ਵੀ ਗੁਰੂ। ਦੁਨੀਆ ਵਿੱਚ ਕੋਈ ਐਸੀ ਮਾਂ ਨਹੀਂ ਜਿਹਨੇ ਗੁਰੂਆਂ ਦੀ ਵੰਸ਼ ਨੂੰ ਜਨਮ ਦਿੱਤਾ ਹੋਵੇ, ਲੇਕਿਨ ਇਹ ਫਖਰ ਹਾਸਲ ਹੈ ਕੇਵਲ ਤੇ ਕੇਵਲ ਉਸ ਮਾਤ ਭਾਨੀ ਜੀ ਨੂੰ। ਮਾਤ ਭਾਨੀ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਾਨ ਸੇਵਾ ਕੀਤੀ। ਸੋ ਇਤਿਹਾਸਕਾਰਾਂ ਨੇ ਇੱਕ ਦਿਨ ਲਿਖਿਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਮਹਿਲਾਂ ਵਿੱਚ ਆਏ ਅਤੇ ਇੱਧਰ ਬੀਬੀ ਭਾਨੀ ਜੀ ਆਪਣੀ ਸਹੇਲੀਆਂ ਨਾਲ ਹੱਸ ਖੇਡ ਰਹੇ ਸੀ, ਹੱਸਦੇ ਖੇਡਦੇ ਪਏ ਸੀ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਆਣ ਕੇ ਆਵਾਜ਼ ਮਾਰੀ, ਧੀਏ ਭਾਨੀ ਜਰਾ ਗੱਲ ਤੇ ਸੁਣ।
ਬੀਬੀ ਭਾਨੀ ਜੀ ਉਸ ਵੇਲੇ ਦੌੜੇ ਆਏ, ਕਹਿੰਦੀ ਪਿਤਾ ਜੀ ਹੁਕਮ ਕਰੋ। ਮਹਾਰਾਜ ਕਹਿਣ ਲੱਗੇ ਧੀਏ, ਜੇ ਤੇਰੇ ਸਿਰ ਦਾ ਸਾਈਂ ਚੱਲ ਵਸੇ ਤੇਰੇ ਮਨ ਦੀ ਕੀ ਅਵਸਥਾ ਹੋਵੇਗੀ। ਬੀਬੀ ਭਾਨੀ ਜੀ ਸੁਣ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਪਿਤਾ ਜੀ ਦੇ ਮੁਖਾਰਬਿੰਦ ਵਿੱਚੋਂ ਇਹ ਸ਼ਬਦ ਕਿ ਜੇ ਤੇਰੇ ਸਿਰ ਦਾ ਸਾਈਂ ਚੱਲ ਵਸੇ। ਉਸੇ ਵੇਲੇ ਆਪਣਾ ਸਿਰ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਛਾਤੀ ਨਾਲ ਲਾ ਲਿਆ। ਕਹਿੰਦੀ ਪਿਤਾ ਜੀ ਜੇ ਗੁਰੂ ਨਾਨਕ ਨੂੰ ਇਹ ਮਨਜ਼ੂਰ ਹੈ ਨਾ ਤੇ ਮੈਂ ਦੁੱਖ ਝੱਲਣ ਵਾਸਤੇ ਤਿਆਰ ਹਾਂ। ਤੇ ਗੁਰੂ ਅਮਰਦਾਸ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ। ਕਹਿਣ ਲੱਗੇ ਧੀਏ, ਅਸੀਂ ਤੇ ਆਪਣੀ ਜ਼ਿੰਦਗੀ ਦੇ ਬੜੇ ਸਾਲ ਹੰਢਾ ਲਏ ਨੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਬਾਕੀ 7 ਸਾਲ ਨੇ ਉਹ ਭਾਈ ਜੇਠਾ ਜੀ ਦੇ ਲੇਖੇ ਲਾਉਣੇ ਆ। ਔਰ ਇਤਿਹਾਸਕਾਰਾਂ ਨੇ ਲਿਖਿਆ ਕਿ ਭਾਈ ਜੇਠਾ ਜੀ ਦੀ ਉਮਰ ਸੱਚਮੁੱਚ ਹੀ ਬੜੀ ਛੋਟੀ ਸੀ ਔਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਬਾਕੀ ਜਿਹੜੇ ਰਹਿੰਦੇ ਸਾਲ ਸੀ ਉਹ 7 ਸਾਲ ਜਿਹੜੇ ਸੀ ਭਾਈ ਜੇਠਾ ਜੀ ਦੇ ਲੇਖੇ ਲਾਏ, ਜੋ ਬਾਅਦ ਵਿੱਚ ਧੰਨ ਗੁਰੂ ਰਾਮਦਾਸ ਬਣ ਕੇ ਗੁਰਗੱਦੀ ਉੱਤੇ ਬੈਠੇ। ਵੈਸੇ ਜੇ ਆਪਾਂ ਇਤਿਹਾਸ ਉੱਤੇ ਪਿਛੋਕੜ ਉੱਤੇ ਝਾਤ ਵੀ ਮਾਰੀਏ ਨਾ ਜੀ ਤਾਂ ਇਹੋ ਜਿਹੀਆਂ ਹੋਰ ਵੀ ਸਾਨੂੰ ਕਈ ਮਿਸਾਲਾਂ ਮਿਲਦੀਆਂ ਨੇ। ਇਤਿਹਾਸਕਾਰਾਂ ਨੇ ਇਹ ਵੀ ਲਿਖਿਆ, ਕਹਿੰਦੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਿਆ ਤੇ ਡਾਕਟਰ ਵੈਦ ਹਕੀਮ ਇਲਾਜ ਕਰ ਰਹੇ ਸੀ ਪਰ ਤੰਦਰੁਸਤ ਨਾ ਹੋ ਰਿਹਾ ਸੀ। ਤੇ ਇੱਕ ਦਿਨ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਜੀ ਅਟਾਰੀ ਉਹ ਸ਼੍ਰੀ ਦਰਬਾਰ ਸਾਹਿਬ ਆਏ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਪੰਜਾਬ ਨੂੰ ਸ਼ੇਰੇ ਪੰਜਾਬ ਦੀ ਲੋੜ ਹੈ, ਮੇਰੀ ਜ਼ਿੰਦਗੀ ਲੈ ਲਵੋ ਪਰ ਸ਼ੇਰੇ ਪੰਜਾਬ ਨੂੰ ਤੰਦਰੁਸਤ ਕਰ ਦਿਓ। ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਦੀ ਅਰਦਾਸ ਪ੍ਰਵਾਨ ਕੀਤੀ। ਕਹਿੰਦੇ ਨੇ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਅਕਾਲ ਚਲਾਣਾ ਕਰ ਗਏ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਗਏ। ਇੱਕ ਘਟਨਾ ਇਤਿਹਾਸਕਾਰਾਂ ਨੇ ਹੋਰ ਲਿਖੀ ਹੈ, ਕਹਿੰਦੇ ਨੇ ਜ਼ਹੀਰੂਦੀਨ ਬਾਬਰ, ਇਹਦਾ ਪੁੱਤਰ ਹਮਾਯੂ ਪਲੰਘ ਤੇ ਪੈ ਗਿਆ, ਬਿਮਾਰ ਪੈ ਗਿਆ। ਡਾਕਟਰ ਵੈਦ ਹਕੀਮ ਇਲਾਜ ਕਰ ਰਹੇ ਨੇ, ਤੰਦਰੁਸਤ ਨਹੀਂ ਹੋ ਰਿਹਾ। ਇੱਕ ਦਿਨ ਬਾਬਰ ਨੇ ਫਿਰ ਇਹਦੇ ਪਲੰਘ ਦੀਆਂ 7 ਪ੍ਰਕਰਮਾਂ ਕਰਕੇ ਅੱਲਾਹ ਤਾਲਾ ਦੇ ਦਰਗਾਹ ਵਿੱਚ ਫਰਿਆਦ ਕੀਤੀ, ਯਾ ਇਲਾਹੀ ਮੇਰੀ ਜ਼ਿੰਦਗੀ ਲੈ ਲਵੋ ਪਰ ਮੇਰੇ ਪੁੱਤਰ ਦੀ ਜ਼ਿੰਦਗੀ ਬਖਸ਼ ਦੇਵੋ। ਤੇ ਕਹਿੰਦੇ ਨੇ ਵੀ ਬਾਬਰ ਦਾ ਇੰਤਕਾਲ ਹੋ ਗਿਆ ਤੇ ਜਿਹੜਾ ਇਹਦਾ ਪੁੱਤਰ ਹਮਾਯੂ ਸੀ ਉਹ ਤੰਦਰੁਸਤ ਹੋ ਗਿਆ। ਸੋ ਇਹੋ ਜਿਹੀਆਂ ਘਟਨਾਵਾਂ ਵੀ ਸਾਡੇ ਇਤਿਹਾਸ ਵਿੱਚ ਵੇਖਣ ਨੂੰ ਮਿਲਦੀਆਂ ਨੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਭਾਈ ਜੇਠਾ ਜੀ ਦੇ ਲੇਖੇ ਤੇ ਲਾਏ ਸੀ। ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਬੀਬੀ ਭਾਨੀ ਜੀ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ। ਬਿਲਕੁਲ। ਇਸ ਤੋਂ ਇਲਾਵਾ ਅਸੀਂ ਗੁਰਤਾ ਗੱਦੀ ਦੇ ਲਈ ਜਦੋਂ ਪਰਖ ਕੀਤੀ ਗਈ ਜੀ ਗੁਰੂ ਅਮਰਦਾਸ ਜੀ ਨੇ ਤੇ ਉਹਦੇ ਲਈ ਇੱਕ ਬਹੁਤ ਵੱਡੀ ਪ੍ਰੀਖਿਆ, ਇੱਕ ਸਬਰ ਦੀ ਪ੍ਰੀਖਿਆ ਜੀ, ਸੰਤੋਖ ਦੀ ਪ੍ਰੀਖਿਆ ਜਿਹੜੀ ਗੁਰੂ ਸਾਹਿਬ ਨੇ ਲਈ। ਸੋ ਗੁਰੂ ਸਾਹਿਬ ਨੇ ਇੱਕ ਜਿਹੜਾ ਥੜਾ ਸੀਗਾ ਉਹ ਬਣਾਉਣ ਦਾ ਹੁਕਮ ਦਿੱਤਾ ਸੀਗਾ ਜੀ ਜੀ ਭਾਈ ਜੇਠਾ ਜੀ ਨੂੰ ਤੇ ਭਾਈ ਰਾਮਾ ਜੀ ਨੂੰ। ਸੋ ਉਹ ਜਿਹੜੀ ਸਾਖੀ ਆ, ਕਿਉਂਕਿ ਉਹ ਇਹ ਸਾਖੀ ਜਿਹੜੀ ਆ ਇਹ ਹਰ ਇੱਕ ਸੁਣਨ ਵਾਲੇ ਨੂੰ ਇੱਕ ਸਬਰ ਸੰਤੋਖ ਦਾ ਜਿਹੜਾ ਇੱਕ ਸੰਦੇਸ਼ ਦਿੰਦੀ ਆ ਜੀ। ਸੋ ਉਹ ਸਾਖੀ ਵੀ ਸਾਡੀ ਸੰਗਤਾਂ ਨਾਲ ਜ਼ਰੂਰ ਸਾਂਝੀ ਕਰੋ। ਵੇਖੋ ਇਤਿਹਾਸ ਵਿੱਚ ਗੁਰੂ ਨਾਨਕ ਮਹਾਰਾਜ ਨੇ ਗੁਰਗੱਦੀ ਦੇਣ ਲਈ ਹੋਰ ਤਰ੍ਹਾਂ ਦਾ ਪਰਚਾ ਪਾਇਆ। ਗੁਰੂ ਅੰਗਦ ਦੇਵ ਮਹਾਰਾਜ ਨੇ ਹੋਰ ਤਰ੍ਹਾਂ ਦਾ ਇਮਤਿਹਾਨ ਲਿਆ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਅਨੋਖਾ ਪਰਚਾ ਪਾਇਆ। 2 ਧੀਆਂ ਸੀਗੀਆਂ। ਹੁਣ ਬੀਬੀ ਭਾਨੀ ਜੀ ਨੇ ਇੱਕ ਵਰ ਲਿਆ ਸੀ ਕਿ ਇਹ ਗੁਰਗੱਦੀ ਘਰ ਦੀ ਘਰ ਵਿੱਚ ਰੱਖਣੀ ਹੈ ਜੀ। ਤੇ ਮਹਾਰਾਜ ਨੇ ਆਪਣੇ 2 ਜਵਾਈਆਂ ਨੂੰ ਸੱਦਿਆ, ਥੜੇ ਬਣਵਾਏ। ਪਰ ਲੇਕਿਨ ਜਦੋਂ ਮਹਾਰਾਜ ਨੇ ਆਉਣਾ, ਮਹਾਰਾਜ ਨੇ ਕਹਿਣਾ ਵੀ ਇਹ ਥੜਾ ਸਾਡੇ ਪਸੰਦ ਦਾ ਨਹੀਂ, ਕਿਉਂਕਿ ਮਹਾਰਾਜ ਚਾਹੁੰਦੇ ਸੀ ਵੀ ਅਸੀਂ ਉਸ ਥੜੇ ਉੱਤੇ ਬੈਠ ਕੇ ਉਸ ਕਰਤਾਰ ਦਾ ਸਿਮਰਨ ਕਰੀਏ। ਸੋ 1 ਵਾਰ 2 ਵਾਰ 5 ਵਾਰ 7 ਵਾਰ 10 ਵਾਰ ਮਹਾਰਾਜ ਨੇ ਢਵਾ ਦੇਣਾ। ਤੇ ਲੇਕਿਨ ਉਹ ਭਾਈ ਰਾਮਾ ਜੀ ਤੇ ਹਾਰ ਕੇ ਖਿਝ ਗਏ, ਕਹਿਣ ਲੱਗੇ ਵੀ ਤੁਹਾਡੇ ਤਾਂ ਕੁਛ ਪਸੰਦ ਆਉਣਾ ਹੀ ਨਹੀਂ, ਤੁਹਾਡਾ ਹੁਣ ਬਜ਼ੁਰਗੀ ਕਰਕੇ ਦਿਮਾਗ ਖਰਾਬ ਹੋ ਗਿਆ। ਤੇ ਲੇਕਿਨ ਜਿਹੜੇ ਭਾਈ ਜੇਠਾ ਸੀ ਉਹ ਆਪਣੀ ਨਿਮਰਤਾਈ ਦੇ ਨਾਲ ਉਸ ਥੜੇ ਨੂੰ ਬਣਾਉਂਦੇ ਰਹੇ, ਮਹਾਰਾਜ ਢਵਾਉਂਦੇ ਰਹੇ, ਬਣਾਉਂਦੇ ਰਹੇ। ਆਖਰਕਾਰ ਮਹਾਰਾਜ ਨੇ ਪੁੱਛਿਆ ਵੀ ਅਸੀਂ ਇੰਨੀ ਵਾਰੀ ਢਵਾ ਰਹੇ ਹਾਂ, ਤੁਹਾਨੂੰ ਖਿਝ ਨਹੀਂ ਚੜ੍ਹਦੀ? ਤਾਂ ਭਾਈ ਜੇਠਾ ਜੀ ਹੱਥ ਜੋੜ ਕੇ ਕਹਿਣ ਲੱਗੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਮਹਾਰਾਜ, ਤੁਸੀਂ ਫਿਰ ਵੀ ਚੰਗੇ ਹੋ ਜਿਹੜੇ ਸਾਨੂੰ ਖਿਮਾ ਕਰੀ ਜਾ ਰਹੇ ਹੋ, ਅਸੀਂ ਤੁਹਾਡੀ ਪਸੰਦ ਦਾ ਥੜਾ ਨਹੀਂ ਬਣਾ ਰਹੇ। ਤਾਂ ਮਹਾਰਾਜ ਨੇ ਉਸ ਵੇਲੇ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਮਹਾਰਾਜ ਨੇ ਇਸ ਤਰ੍ਹਾਂ ਇੱਕ ਪ੍ਰੀਖਿਆ ਕੀਤੀ ਤੇ ਮਹਾਰਾਜ ਨੇ ਕਿਹਾ ਵੀ ਇਹ ਸਾਡਾ ਜਿਹੜਾ ਜਵਾਈ ਹੈ ਇਹ ਗੁਰਗੱਦੀ ਦੇ ਲਾਇਕ ਹੈ। ਔਰ ਮਹਾਰਾਜ ਨੇ
ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ, ਜੋ ਬਾਅਦ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਬਣ ਕੇ ਗੁਰਗੱਦੀ ਉੱਤੇ ਬੈਠੇ। ਤੋ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਉੱਤੇ ਬੈਠਣ ਦਾ ਸਾਧਨ ਬਣਿਆ। ਔਰ ਮੈਂ ਕਹਿੰਦਾ ਵੀ ਅੱਜ ਦੇ ਨੌਜਵਾਨ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਕੌਣ ਜਾਣਦਾ ਸੀ ਇੱਕ ਰਲੀ ਕੱਖਾਂ ਦੀਆਂ ਕੁੱਲੀਆਂ ਵਿੱਚ ਪੈਦਾ ਹੋਣ ਵਾਲਾ ਲੜਕਾ ਜਿਹਦੇ ਉੱਤੇ ਸਤਿਗੁਰ ਨੇ ਸੋਨੇ ਦੇ ਛਤਰ ਚਲਾ ਦਿੱਤੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਆਪਾਂ ਨੂੰ ਦਾਤ ਦੇਣੀ ਪਏਗੀ। ਵੇਖੋ, ਉਹਨਾਂ ਨੇ ਮਨੁੱਖਤਾ ਦੇ ਗਹਿਰੇ ਸਮੁੰਦਰ ਵਿੱਚ ਐਸਾ ਟੁੱਬਾ ਲਾਇਆ, ਉਹਨਾਂ ਨੇ ਭਾਈ ਜੇਠੇ ਵਰਗਾ ਮੋਤੀ ਲੱਭ ਲਿਆ ਜੀ। ਤੋ ਅੱਜ ਸਾਨੂੰ ਵੀ ਕੁਛ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਸਾਨੂੰ ਮੈਂ ਕਈ ਵਾਰੀ ਮੈਂ ਤਕਰੀਬਨ ਸਾਰੇ ਵਰਲਡ ਦਾ ਟੂਰ ਕੀਤਾ ਤੇ ਕਈ ਲੋਕ ਸਾਨੂੰ ਕਹਿਣਗੇ ਜੀ ਗਿਆਨੀ ਜੀ ਆਏ ਸਾਂ ਇੱਥੇ ਪ੍ਰਦੇਸ਼ਾਂ ਵਿੱਚ ਪੈਸਾ ਕਮਾਉਣ, ਲੇਕਿਨ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥੋਂ ਗਵਾ ਬੈਠੇ ਹਾਂ। ਪਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਭਾਈ ਉਦੋਂ ਡਾਲਰਾਂ ਪੌਂਡਾਂ ਦੇ ਨਿੱਘ ਵਿੱਚ ਨਹੀਂ ਸੀ ਗੁਆਚਣਾ, ਲੇਕਿਨ ਅੱਜ ਮੈਂ ਵੇਖ ਰਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜ ਰਹੇ ਨੇ। ਅੱਜ ਬੱਚਿਆਂ ਨੂੰ ਆਪਣੇ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਨੇ। ਔਰ ਮੈਂ ਪ੍ਰਦੇਸ਼ਾਂ ਵਿੱਚ ਬੈਠੇ ਪੰਜਾਬੀ ਪ੍ਰਵਾਸੀਆਂ ਨੂੰ ਇੱਕ ਖਾਸ ਤੌਰ 'ਤੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ, ਬੱਚਿਆਂ ਨੂੰ ਆਪਣੇ ਗੁਰੂਆਂ ਸਾਹਿਬ ਦੇ ਜੀਵਨ ਦੇ ਨਾਲ ਜੋੜਿਆ ਕਰੋ, ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜੋ ਔਰ ਬੱਚਿਆਂ ਦੇ ਵਿੱਚ ਪੜ੍ਹਨ ਦਾ ਰੁਝਾਨ ਪੈਦਾ ਕਰੋ ਜੀ। ਅਗਰ ਬੱਚੇ ਸਾਡੇ ਇਤਿਹਾਸ ਤੋਂ ਦੂਰ ਰਹਿਣਗੇ ਤਾਂ ਇਹ ਬੱਚੇ ਸਾਡੇ ਇਤਿਹਾਸ ਤੋਂ, ਵਿਰਸੇ ਤੋਂ ਬਹੁਤ ਵਾਂਝੇ ਰਹਿ ਜਾਣਗੇ। ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੀ। ਅੱਜ ਆਪਣੀ ਲੋੜ ਹੈ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੀ। ਦੇਖੋ, ਸਕੂਲ ਵਿੱਚ ਬੱਚੇ ਇੰਗਲਿਸ਼ ਤੇ ਪੜ੍ਹਦੇ ਹੀ ਪੜ੍ਹਦੇ ਜੀ, ਬਿਲਕੁਲ, ਲੇਕਿਨ ਅਸੀਂ ਜੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਭੁੱਲ ਜਾਵਾਂਗੇ। ਅੱਜ ਲੋੜ ਹੈ, ਦੇਖੋ ਹਰ ਇੱਕ ਦੀ ਮਾਤ ਭਾਸ਼ਾ ਹੈ, ਸਾਡੇ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਪੰਜਾਬੀ। ਕਿਤੇ ਤੁਹਾਨੂੰ ਰਸ਼ੀਆ ਜਾਣ ਦਾ ਮੌਕਾ ਮਿਲ ਜਾਏ, ਰਸ਼ੀਅਨ ਲੋਕਾਂ ਨੇ ਕਿਸੇ ਨੂੰ ਕਰੜੀ ਤੋਂ ਕਰੜੀ ਗਾਲ ਦੇਣੀ ਹੋਵੇ ਤੇ ਉਹ ਕਹਿੰਦੇ ਜਾਂ ਤੈਨੂੰ ਤੇਰੀ ਮਾਤ ਭਾਸ਼ਾ ਭੁੱਲ ਜਾਏ। ਦੇਖੋ ਐਡੀ ਕਰੜੀ ਗਾਲ, ਲੇਕਿਨ ਅਸੀਂ ਜਾਣ ਬੁੱਝ ਕੇ ਆਪਣੀ ਪੰਜਾਬ ਬੋਲੀ ਨੂੰ ਵਿਸਾਰਦੇ ਜਾ ਰਹੇ ਹਾਂ। ਸੋ ਮੈਂ ਪੰਜਾਬੀ ਪ੍ਰਵਾਸੀਆਂ ਨੂੰ ਬੇਨਤੀ ਕਰਦਾ ਕਿ ਭਾਈ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਦੇ ਨਾਲ ਜੋੜਿਆ ਕਰੋ, ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੋ, ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ। ਸੋ ਇਸੇ ਹੀ ਕੋਸ਼ਿਸ਼ 'ਤੇ ਚੱਲਦੇ ਅਸੀਂ ਸੰਗਤਾਂ ਤੱਕ ਜਿਹੜੀ ਹੈ ਗੁਰੂ ਸਾਹਿਬ ਦੀ ਜੀਵਨ ਦੀਆਂ ਸਾਖੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਕਰਕੇ ਤੁਸੀਂ ਅੱਜ ਸਾਡੇ ਨਾਲ ਇੱਥੇ ਮੌਜੂਦ ਹੋ। ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੰਗਤਾਂ ਤੱਕ, ਅੱਜ ਦੇ ਬੱਚਿਆਂ ਤੱਕ ਜਿਹੜੇ ਗੁਰੂ ਸਾਹਿਬ ਦੀ ਜੀਵਨ ਦੀਆਂ ਝਲਕੀਆਂ ਨੇ, ਉਹਨਾਂ ਦੀਆਂ ਸਾਖੀਆਂ ਨੇ, ਉਹ ਅਸੀਂ ਉਹਨਾਂ ਤੱਕ ਪਹੁੰਚਾਈਏ ਤਾਂ ਕਿ ਉਹ ਗੁਰੂ ਸਾਹਿਬ ਦੇ ਜੀਵਨ ਨਾਲ ਜੁੜ ਸਕਣ ਅਤੇ ਉਹਨਾਂ ਤੋਂ ਸੇਧ ਲੈ ਸਕਣ। ਸੋ ਅਸੀਂ ਅੱਜ ਬਹੁਤ ਕੁਛ ਜਿਹੜਾ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਣਿਆ ਔਰ ਗੁਰੂ ਸਾਹਿਬ ਦੀਆਂ ਸਾਖੀਆਂ ਨੇ ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ, ਉਹ ਉਹਨਾਂ ਬਾਰੇ ਜਾਣਿਆ। ਇਸ ਤੋਂ ਇਲਾਵਾ ਗੁਰੂ ਸਾਹਿਬ ਦਾ ਜੀਵਨ ਹੋਰ ਬੇਅੰਤ ਸਾਖੀਆਂ ਨਾਲ ਭਰਿਆ ਪਿਆ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਫਿਲਹਾਲ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਕਰਾਂਗੇ ਔਰ ਉਹਨਾਂ ਦੇ ਜੀਵਨ ਦਾ ਇੱਕ ਜਿਹੜਾ ਹੋਰ ਵੱਡਾ ਪੰਧ ਸੀਗਾ, ਉਹ ਸੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਗਈ ਸੀ। ਸੋ ਉਸ ਬਾਰੇ ਵੀ ਅਸੀਂ ਜਾਣਕਾਰੀ ਹਾਸਿਲ ਕਰਾਂਗੇ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ, ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। Best Buy Furniture, the perfect homemaker. Finance available for 6 months with 0% interest. Call 403-250-6661 403 250 6661। ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ ਵਾਨਾਵਰ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਗਿਆਨੀ ਕੁਲਜੀਤ ਸਿੰਘ ਦਿਲਬਰ ਜੀ ਦੇ ਨਾਲ, ਜਿਹੜੇ ਕਿ ਪੰਥ ਰਤਨ, ਪੰਥ ਤੇ ਸ਼੍ਰੋਮਣੀ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ। ਔਰ ਅਸੀਂ ਅੱਜ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ, ਉਹਨਾਂ ਬਾਰੇ, ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਾਖੀਆਂ ਖਾਲਸਾ ਜੀ ਤੋਂ ਸੁਣ ਰਹੇ ਹਾਂ ਔਰ ਜਿਹੜੀਆਂ ਸਿੱਖਿਆਵਾਂ ਨੇ ਗੁਰੂ ਸਾਹਿਬ ਨੇ ਸੰਗਤ ਲਈ ਦਿੱਤੀਆਂ, ਉਹਨਾਂ ਬਾਰੇ ਵੀ ਅਸੀਂ ਨਾਲ ਨਾਲ ਵਿਚਾਰ ਚਰਚਾ ਕਰ ਰਹੇ ਹਾਂ। ਸੋ ਖਾਲਸਾ ਜੀ, ਇਸ ਤਰ੍ਹਾਂ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ
ਗੁਰੂ ਸਾਹਿਬ ਨੇ ਜਿਹੜਾ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਉਹ ਵਸਾਇਆ, ਉਹਦੀ ਨੀਂਹ ਰੱਖੀ ਹੈ ਜੀ। ਸੋ ਤੁਸੀਂ ਵੀ ਗੱਲ ਨਾ ਕੀਤੀ ਕਿ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜਿਹੜਾ ਸ਼ਹਿਰ ਸੀ ਉਹ ਵਸਾਇਆ। ਸੋ ਇਸ ਤਰ੍ਹਾਂ ਹਰੇਕ ਗੁਰੂ ਦੇ ਹਿੱਸੇ ਕਹਿ ਸਕਦੇ ਹਾਂ ਕਿ ਇੱਕ ਸ਼ਹਿਰ ਗੁਰੂ ਸਾਹਿਬ ਨੇ ਵਸਾਉਣ ਦਾ ਜਿੰਮਾ ਜਿਹੜਾ ਲਿਆ ਸੀ ਜੀ, ਉਸੇ ਇੱਕ ਕਦਮ ਦੇ ਚੱਲਦੇ ਜਿਹੜਾ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਗਈ। ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਕਿ ਗੁਰੂ ਸਾਹਿਬ ਨੇ ਇਹ ਕਿਸ ਪ੍ਰੇਰਨਾ ਹੇਠ ਜਿਹੜਾ ਅੰਮ੍ਰਿਤਸਰ ਸ਼ਹਿਰ ਵਸਾਇਆ। ਸ਼੍ਰੀ ਗੁਰੂ, ਮੈਂ ਪਹਿਲਾਂ ਦੱਸਿਆ ਸੀ, ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ, ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਸਾਹਿਬ, ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤਸਰ ਦੀ ਨੀਂਹ ਆਪਣੇ ਹੱਥੀਂ ਰੱਖੀ। ਇਹਦਾ ਪਹਿਲਾ ਨਾਂ ਸੀ ਚੱਕ ਰਾਮਦਾਸਪੁਰ। ਠੀਕ ਹੈ ਜੀ। ਕਈ ਇਤਿਹਾਸਕਾਰਾਂ ਨੇ ਤੇ ਇਹ ਲਿਖਿਆ ਹੈ ਕਿ ਅੰਮ੍ਰਿਤਸਰ ਨਾਂ ਜਿਹੜਾ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਨੇ ਰੱਖਿਆ ਸੀ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਸ ਅੰਮ੍ਰਿਤਸਰ ਦੀ ਨੀਂਹ ਰੱਖੀ, ਲੇਕਿਨ ਅੰਮ੍ਰਿਤਸਰ ਜੋ ਅੱਜ ਕੱਲ੍ਹ ਜਿਸ ਨਾਂ ਦੇ ਨਾਲ ਮਸ਼ਹੂਰ ਹੈ, ਇੱਥੇ ਗੋਲਡਨ ਟੈਂਪਲ ਜਿਹਨੂੰ ਅਸੀਂ ਸਵਰਨ ਮੰਦਰ ਕਹਿੰਦੇ ਹਾਂ, ਸ਼੍ਰੀ ਦਰਬਾਰ ਸਾਹਿਬ ਕਹਿੰਦੇ ਹਾਂ, ਇਹਦੀ ਨੀਂਹ ਜਿਹੜੀ ਸੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਅੱਗੋਂ ਸਾਈਂ ਮੀਆਂ ਮੀਰ ਕੋਲੋਂ ਰਖਵਾਈ। ਵੇਖੋ, ਸਾਡੇ ਅੱਜ ਸਮਾਜ ਵਿੱਚ ਜਿਸ ਤਰ੍ਹਾਂ ਵੰਡੀਆਂ ਪੈ ਰਹੀਆਂ ਨੇ ਨਾ, ਬੜਾ ਦੁੱਖ ਹੁੰਦਾ। ਅੱਜ ਤੁਸੀਂ ਹਿੰਦੁਸਤਾਨ ਦਾ ਵੇਖੋ ਵੀ ਉੱਥੇ ਕੋਈ ਕਹਿੰਦਾ ਜੀ ਇੱਥੇ ਬਾਬਰੀ ਮਸਜਿਦ ਬਣੇ, ਕੋਈ ਕਹਿੰਦਾ ਜੀ ਇੱਥੇ ਰਾਮ ਅਯੁੱਧਿਆ ਮੰਦਰ ਬਣੇ। ਸਾਡੇ ਵੰਡੀਆਂ ਪੈ ਗਈਆਂ ਨੇ। ਪਰ ਜੇ ਅਸੀਂ ਇਤਿਹਾਸ ਉੱਤੇ ਝਾਤ ਮਾਰੀਏ, ਸਾਡੇ ਗੁਰੂ ਸਾਹਿਬ ਨੇ ਕੋਈ ਵਿਤਕਰਾ ਨਹੀਂ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਕੋਲ ਰਖਵਾਈ, ਇੱਕ ਮੁਸਲਮਾਨ ਕੋਲੋਂ ਰਖਵਾਈ, ਵਿਤਕਰਾ ਨਹੀਂ ਕੀਤਾ ਕੋਈ। ਜਦੋਂ ਕਹਿੰਦੇ ਨੇ ਸਾਈਂ ਮੀਆਂ ਮੀਰ ਨੇ ਅੱਲਾ ਦਾ ਨਾਂ ਰਹਿ ਕੇ ਇੱਟ ਰੱਖੀ ਨਾ, ਤੇ ਹੁਣ ਮਿਸਤਰੀ ਲੋਕ ਵੇਖਦੇ ਆ ਵੀ ਇਹ ਇੱਟ ਗੁਣੀਏ ਵਿੱਚ ਹੈ ਕਿ ਨਹੀਂ, ਤਾਂ ਮਿਸਤਰੀ ਨੇ ਵੇਖਿਆ ਵੀ ਇੱਟ ਗੁਣੀਏ ਵਿੱਚ ਨਹੀਂ, ਉਹਨੇ ਇੱਟ ਹਿਲਾ ਦਿੱਤੀ। ਤੇ ਕੋਲ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਖੜੇ, ਕਹਿਣ ਲੱਗੇ, ਮਿਸਤਰੀ ਜੀ, ਕਿਸੇ ਪਹੁੰਚੇ ਫਕਰ ਨੇ ਇੱਟ ਰੱਖੀ ਸੀ, ਤੁਸੀਂ ਇੱਟ ਹੀ ਹਿਲਾ ਦਿੱਤੀ। ਵੀ ਇਹ ਸ਼੍ਰੀ ਦਰਬਾਰ ਸਾਹਿਬ ਤੇ ਜੁਗੋ ਜੁਗ ਅਟੱਲ ਹੈ, ਪਰ ਇਹ ਹੁਣ ਢਹਿ ਕੇ ਬਣੇਗਾ। ਔਰ ਮਹਾਰਾਜ ਦਾ ਵਾਕ ਸੱਤ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ 2 ਵਾਰ ਢਾਇਆ। ਇੱਕ ਵਾਰੀ ਤਾਂ ਉਹਨੇ ਨੀਹਾਂ 'ਚ ਬਰੂਦ ਭਰ ਕੇ ਇਹਨੂੰ ਜਦੋਂ ਉਡਾਇਆ, ਤਾਂ ਇੱਕ ਫਿਰ ਇੱਟ ਉਹਦੇ ਨੱਕ 'ਤੇ ਆਣ ਕੇ ਵੱਜੀ, ਉਹਨੇ ਜ਼ਖਮ ਬਣਿਆ, ਜ਼ਖਮ ਨੇ ਕੈਂਸਰ ਦਾ ਰੂਪ ਧਾਰਿਆ, ਇਸ ਕੈਂਸਰ ਦਾ ਮਾਰਿਆ ਅਹਿਮਦ ਸ਼ਾਹ ਅਬਦਾਲੀ ਕਾਬਲ ਜਾ ਕੇ ਮਰ ਗਿਆ। ਸ਼੍ਰੀ ਦਰਬਾਰ ਸਾਹਿਬ ਸਾਡਾ ਮੱਕਾ ਹੈ, ਸਾਡਾ ਮਦੀਨਾ ਹੈ। ਹਿੰਦੁਸਤਾਨ ਵਿੱਚ ਕੁਝ ਧਰਮ ਮੰਦਰ ਅੱਜ ਵੀ ਐਸੇ ਨੇ ਜਿਨ੍ਹਾਂ ਦੇ ਵਿੱਚ ਸ਼ੂਦਰ ਦਾਖਲ ਨਹੀਂ ਹੋ ਸਕਦਾ। ਤੁਸੀਂ ਕਿਤੇ ਹਿੰਦੁਸਤਾਨ ਦੀ ਹਿਸਟਰੀ ਪੜ੍ਹੋ, ਅੱਜ ਵੀ ਅੱਜ ਦੀ ਡੇਟ 'ਚ ਐਸੇ ਮੰਦਰ ਨੇ ਜਿੱਥੇ ਸ਼ੂਦਰ ਦਾਖਲ ਹੀ ਨਹੀਂ ਹੋ ਸਕਦਾ। ਮੁਸਲਮਾਨਾਂ ਦਾ ਤੀਰਥ ਸਥਾਨ ਹੈ ਮੱਕਾ, ਕਾਬਾ ਸ਼ਰੀਫ। ਮੁਸਲਮਾਨ ਲੋਕ ਉੱਥੇ ਹੱਜ ਕਰਨ ਜਾਂਦੇ ਨੇ, ਉੱਥੇ ਗੈਰ ਮੁਸਲਮਾਨ ਆਦਮੀ ਜਾ ਹੀ ਨਹੀਂ ਸਕਦਾ। ਉੱਥੇ ਅੱਜ ਤੱਕ 2 ਹੀ ਗੈਰ ਮੁਸਲਮਾਨ ਆਦਮੀ ਗਏ ਨੇ, ਗੁਰੂ ਨਾਨਕ ਦੇਵ ਜੀ ਤੇ ਜਾਂ ਫਿਰ ਇੱਕ ਅੰਗਰੇਜ਼ ਫਿਲਾਸਫਰ ਗਿਆ। ਕਦੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ। ਇੱਥੇ ਕੋਈ ਊਚ ਆਵੇ, ਨੀਚ ਆਵੇ, ਅਮੀਰ ਆਵੇ, ਗਰੀਬ ਆਵੇ, ਬੋਧੀ ਆਵੇ, ਜੈਨੀ ਆਵੇ, ਨਾਈ ਆਵੇ, ਸ਼ੀਂਬਾ ਆਵੇ, ਜੱਟ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਚਾਹੇ ਸਿੱਖ ਦਾ ਵੈਰੀ ਵੀ ਆ ਜਾਵੇ, ਇੱਥੇ ਕਿਸੇ ਨੂੰ ਮਨਾਹੀ ਨਹੀਂ। ਬੰਦਾ ਜਾਂਦਾ ਹੈ, ਇਸ਼ਨਾਨ ਕਰਦਾ ਹੈ, ਕੜਾਹ ਪ੍ਰਸ਼ਾਦੀ ਦੇਖ ਲੈਂਦਾ ਹੈ, ਛਕਦਾ ਹੈ, ਛਕਾਉਂਦਾ ਹੈ। ਗੁਰੂ ਨਾਨਕ ਦੇ ਦਰ ਤੋਂ ਵੱਡਾ ਅੱਜ ਦੁਨੀਆ ਵਿੱਚ ਕੋਈ ਦਰ ਨਹੀਂ। ਪਰ ਅਫਸੋਸ ਹੈ ਕਿ ਸਾਡੀ ਸਰਕਾਰ ਇਸ ਦੇ ਉੱਤੇ ਹਮਲਾ ਕੀਤਾ, ਸਾਰੇ ਸਿੱਖਾਂ ਦੇ ਦਿਲ ਵਲੂੰਦਰੇ ਗਏ। ਘੱਟੋ ਘੱਟ ਸਰਕਾਰਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਅੱਜ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਤੁਸੀਂ ਅਖਬਾਰਾਂ ਪੜ੍ਹੀਆਂ ਹੋਣਗੀਆਂ, ਵੇਖੋ ਸਿੱਖ ਧਰਮ ਕਿਸੇ ਦਾ ਵੈਰ ਹੀ ਨਹੀਂ। ਅਗਰ ਸਿੱਖਾਂ ਦਾ ਕਿਸੇ ਨਾਲ ਵੈਰ ਹੈ ਤਾਂ ਹੈ ਸਿਰਫ ਜ਼ੁਲਮ ਦੇ ਨਾਲ। ਜੀ ਅੱਜ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਹੈ, ਉੱਥੇ ਜਿਵੇਂ ਸਾਡੇ ਪੰਜਾਬੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ,
ਉੱਥੇ ਜਾ ਕੇ ਉਹਨਾਂ ਮੁਸਲਮਾਨਾਂ ਨੂੰ ਵਸਾਇਆ, ਉਹਨਾਂ ਦੀ ਸੇਵਾ ਕੀਤੀ ਹੈ। ਕਿਉਂਕਿ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਰੋਜ਼ ਆਪਣੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ, ਔਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਅੱਜ ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਅੱਤਵਾਦੀ ਕਹਿ ਰਹੀਆਂ ਨੇ ਜਾਂ ਵੱਖਵਾਦੀ ਕਹਿ ਰਹੀਆਂ ਨੇ, ਇਹ ਕੋਈ ਚੰਗੀ ਗੱਲ ਨਹੀਂ। ਅੱਜ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਅੱਜ ਸਾਡੇ ਕਸ਼ਮੀਰੀਆਂ ਦੀ ਮਦਦ ਕੌਣ ਕਰ ਰਿਹਾ। ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੋਂ ਲੰਗਰ ਪੱਕ ਕੇ ਜਾ ਰਹੇ ਨੇ, ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਭਾਈ ਇਸ ਮੇਰੀ ਸਿੱਖ ਕੌਮ ਨੂੰ ਗੁਰੂ ਨਾਨਕ ਮਹਾਰਾਜ ਨੇ ਜੋ ਦਾਤ ਬਖਸ਼ਿਸ਼ ਕੀਤੀ ਹੈ ਲੰਗਰ ਦੀ, ਤੋ ਇਹ ਇੱਕ ਸਿਰਫ ਗੁਰੂ ਨਾਨਕ ਦੇ ਧਰਮ ਦੇ ਲੇਖੇ ਆਈ ਹੈ। ਸਾਈਂ ਬੁੱਲੇ ਸ਼ਾਹ ਵੇਖੋ ਅੱਜ ਉੱਥੇ 1 ਲੱਖ ਲੋਕਾਂ ਦਾ ਲੰਗਰ ਪੱਕਦਾ, 2 ਲੱਖ ਲੋਕ ਉੱਥੇ ਬੈਠ ਕੇ ਲੰਗਰ ਛਕਦੇ ਨੇ, ਔਰ ਇਹਦੂ ਵੱਡੀ ਗੁਰੂ ਨਾਨਕ ਦੇ ਦਰ ਦੀ ਕੀ ਵਡਿਆਈ ਹੋ ਸਕਦੀ ਹੈ। ਸਾਈਂ ਬੁੱਲੇ ਸ਼ਾਹ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਉਹ ਇੱਕ ਥਾਂ 'ਤੇ ਲਿਖਦਾ ਵੀ ਮੈਨੂੰ ਭੁੱਖ ਲੱਗੀ ਅਤੇ ਮੈਂ ਮਸੀਤ ਵਿੱਚ ਚਲਾ ਗਿਆ, ਮੈਨੂੰ ਰੋਟੀ ਨਹੀਂ ਮਿਲੀ। ਮੈਂ ਕਹਿੰਦਾ ਗਊਸ਼ਾਲਾ ਚਲਾ ਗਿਆ, ਮੈਨੂੰ ਉੱਥੇ ਵੀ ਰੋਟੀ ਨਸੀਬ ਨਾ ਹੋਈ। ਅਤੇ ਕਹਿੰਦਾ ਮੈਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤਾਂ ਮੈਨੂੰ ਮੱਥਾ ਟੇਕਿਆ, ਮੈਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਮਿਲਿਆ ਅਤੇ ਮੇਰੇ ਭੁੱਖੇ ਢਿੱਡ ਨੂੰ ਟਕੋਰ ਜਿਹੀ ਹੋ ਗਈ। ਅਤੇ ਕਹਿੰਦਾ ਮੈਂ ਜਦੋਂ ਬਾਹਰ ਨਿਕਲਿਆ ਇੱਕ ਸੇਵਾਦਾਰ ਨੇ ਹੋਕਾ ਦਿੱਤਾ ਵੀ ਆਓ ਭਾਈ ਜਿਹਨੂੰ ਭੁੱਖ ਲੱਗੀ ਆਣ ਕੇ ਲੰਗਰ ਛਕ ਲਓ। ਕਹਿੰਦਾ ਮੈਂ ਲੰਗਰ ਛਕਣ ਬਹਿ ਗਿਆ, ਕੋਈ ਪਾਣੀ ਦੀ ਸੇਵਾ ਕਰ ਰਿਹਾ, ਕੋਈ ਦਾਲ ਦੀ ਸੇਵਾ ਕਰ ਰਿਹਾ, ਕੋਈ ਫੁਲਕਿਆਂ ਦੀ ਸੇਵਾ ਕਰ ਰਿਹਾ। ਅਤੇ ਉਹ ਸਾਈਂ ਬੁੱਲੇ ਸ਼ਾਹ ਉੱਥੇ ਕਹਿੰਦਾ ਵੀ ਫਿਰ ਮੇਰੀ ਕਲਮ ਲਿਖਣ ਲਈ ਮਜਬੂਰ ਹੋਈ ਹੈ। ਇੱਟ ਖੜੱਕਾ ਦੁੱਪੜ ਵੱਜੇ ਨਾਲੇ ਤਪੇ ਚੁੱਲ੍ਹਾ, ਇੰਨੀ ਗੱਲੀ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ। ਅੱਜ ਵੇਖੋ ਦੇਸਾਂ ਪ੍ਰਦੇਸਾਂ ਦੇ ਵਿੱਚ ਸੰਗਤਾਂ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੀਆਂ ਨੇ, ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇੱਕ ਗੁਰੂ ਨਾਨਕ ਦਾ ਧਰਮ ਹੈ ਜਿੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਜੀ। ਔਰ ਵੇਖੋ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਦੇ ਵਿੱਚ ਵੀ ਅਗਰ ਮੇਰੇ ਹਜ਼ੂਰ ਨੇ ਬਾਣੀ ਦਰਜ ਕੀਤੀ ਹੈ ਤਾਂ ਉੱਥੇ ਵੀ ਵਿਤਕਰਾ ਨਹੀਂ ਕੀਤਾ ਵੀ ਇੱਥੇ ਕੋਈ ਚਮਾਰ ਹੈ ਜਾਂ ਮੁਸਲਮਾਨ ਹੈ ਜਾਂ ਕੌਣ ਹੈ, ਸ਼ੀਂਬਾ ਹੈ, ਕੋਈ ਮੇਰੇ ਹਜ਼ੂਰ ਨੇ ਵਿਤਕਰਾ ਹੀ ਨਹੀਂ ਕੀਤਾ। ਕਿਉਂਕਿ ਗੁਰੂ ਨਾਨਕ ਦਾ ਦਰ ਜਿਹੜਾ ਹੈ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦੇਸੇ ਬਾਹਰ। ਸੋ ਅਸੀਂ ਜਿਹੜਾ ਮੇਨ ਕੁਐਸਚਨ ਸੀਗਾ ਸਾਡਾ ਕਿ ਜਿਹੜਾ ਗੁਰੂ ਸਾਹਿਬ ਨੇ ਪ੍ਰੇਰਣਾ ਲੈ ਕੇ ਅੰਮ੍ਰਿਤਸਰ ਦੀ ਨੀਂਹ ਇਹ ਕਦੋਂ ਰੱਖੀ ਇਹ, ਔਰ ਗੁਰੂ ਸਾਹਿਬ ਨੂੰ ਪ੍ਰੇਰਣਾ ਕਿਹਨੇ ਕੀਤੀ? ਦੇਖੋ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਬੈਰ ਵਿਰੋਧ ਪੂਰੇ ਜ਼ੋਰਾਂ 'ਤੇ ਸੀ। ਜਿਸ ਤਰ੍ਹਾਂ ਇਹ ਕਹਿ ਲਓ ਵੀ ਜਾਤ ਪਾਤ ਦਾ ਵਿਤਕਰਾ ਵੀ ਸੀ, ਲੇਕਿਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਹ ਸੋਚਿਆ ਕਿ ਇੱਕ ਐਸਾ ਧਾਰਮਿਕ ਸਥਾਨ ਬਣਾਇਆ ਜਾਵੇ ਜਿੱਥੇ ਸਾਰੇ ਧਰਮਾਂ ਦੇ ਲੋਕ ਬੈਠ ਕੇ ਗ੍ਰਸਤ ਮਾਰਗ ਵਿੱਚ ਰਹਿੰਦੇ ਆ ਉਸ ਰੱਬ ਦੀ ਪ੍ਰਾਪਤੀ ਕਰ ਸਕਣ। ਸਾਡੇ ਦੇਸ਼ ਦੇ ਧਾਰਮਿਕ ਆਗੂਆਂ ਨੇ ਤਾਂ ਲੋਕਾਂ 'ਚ ਇੱਕ ਵਹਿਮ ਹੀ ਪਾ ਦਿੱਤਾ ਸੀ ਨਾ ਕਿ ਜੀ ਰੱਬ ਨੂੰ ਮਿਲਣ ਵਾਲਿਆਂ ਦਾ ਰਸਤਾ ਵੱਖਰਾ ਹੈ, ਗ੍ਰਸਤੀਆਂ ਦਾ ਮਾਰਗ ਵੱਖਰਾ ਹੈ ਜੀ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਜਿਨ੍ਹਾਂ ਨੇ ਰੱਬ ਨੂੰ ਮਿਲਣਾ ਉਹ ਜੰਗਲਾਂ ਵਿੱਚ ਜਾਣ, ਹੱਠ ਯੋਗ ਕਰਨ, ਸਮਾਧੀਆਂ ਲਾਉਣ, ਭਭੂਤੀਆਂ ਮਲਣ, ਕੰਨ ਪਾੜਨ, ਮੁੰਦਰਾਂ ਪਾਉਣ। ਅਤੇ ਨਤੀਜਾ ਉਹਦਾ ਇਹ ਨਿਕਲਿਆ ਭਰਥਰੀ ਨਾਥ ਵਰਗੇ, ਗੋਪੀ ਚੰਦ ਵਰਗੇ ਤਲਵਾਰਾਂ ਸੁੱਟ ਕੇ ਸਾਧ ਹੀ ਬਣ ਗਏ। ਹੁਣ ਜਦੋਂ ਛਤਰੀਆਂ ਨੇ ਤਲਵਾਰਾਂ ਸੁੱਟ ਦਿੱਤੀਆਂ, ਫਿਰ ਮਾਲਾ ਹੱਥ 'ਚ ਫੜ ਲਈਆਂ, ਹਿੰਦੁਸਤਾਨ ਦੀ ਰਾਖੀ ਕਿਹਨੇ ਕਰਨੀ ਸੀ? ਫਿਰ ਗੁਰੂ ਨਾਨਕ ਮਹਾਰਾਜ 15ਵੀਂ ਸਦੀ ਦੇ ਵਿੱਚ ਇਸ ਸੰਸਾਰ ਵਿੱਚ ਆਏ। ਮੁਸਲਮਾਨ ਲਿਖਾਰੀ ਡਾਕਟਰ ਮੁਹੰਮਦ इकबाल ने लिखा सी, फिर उठी आखिर सदा तौहीद की पंजाब से, हिंद को एक मर्द कामल नी जगाया खाब से। गुरु नानक महाराज ने फिर गूढ़ी नींद विच सुते हुए लोगों को हलूणिया सी। उन्होंने आख्या जंगलों च जाने वाले हो, रब कोई पहाड़ों में नहीं जे बैठा, रब कोई उजाड़ा में नहीं जे बैठा, रब का स्थान तो साडा पवित्र हिरदा। नानक घर ही बैठिया 100 मिले जे नीयत रास करे। तो फिर गुरसिखां ने सवाल किया सी, महाराज घर विच रह के खाना पैंदा है, पीना पैंदा है, सौना पैंदा है, खेडना पैंदा है, हसना पैंदा है। तो महाराज ने कहा भी खाना पीना हसना सौना गुनाह तो नहीं। तो हुण जे गुरु ही सानू पूरी युगत दस देवे उहदे नाल दी ते नहीं कोई रीस जी। फिर महाराज ने कहा नानक सतगुर भेटी है, पूरी होवे जुगत, हसंदियां खलंदियां पहनंदियां खवंदियां विच ही होवे मुक्त। ठीक है, महाराज ने सानू कहा भी तुसीं गृहस्थ मार्ग विच रह के उस रब की प्राप्ति कर सकते हो। इसे लिए श्री गुरु रामदास महाराज ने एक इहो जिहा चर्च बनाया, इहो जिहा धार्मिक केंद्र बनाया जिथे बैठ के
ਸਾਰੇ ਧਰਮਾਂ ਦੇ ਲੋਕ ਕਿਸੇ ਊਚ ਨੀਚ ਤੋਂ ਬਗੈਰ ਬੈਠ ਕੇ ਉੱਥੇ ਆਣ ਕੇ ਆਪਣਾ ਸਿਮਰਨ ਕਰਨ, ਅਕਾਲ ਦੇ ਨਾਲ ਜੁੜਨ, ਪਰਮਾਤਮਾ ਨਾਲ ਜੁੜਨ ਤੇ ਰੱਬ ਦੀ ਪ੍ਰਾਪਤੀ ਕਰ ਸਕਣ। ਤਾਂ ਔਰ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਲੋਕ ਆਉਂਦੇ ਨੇ, ਪਵਿੱਤਰ ਸਰੋਵਰ, ਇੱਕੋ ਹੀ ਸਰੋਵਰ ਹੈ, ਉਹਦੇ ਵਿੱਚ ਇਸ਼ਨਾਨ ਕਰਦੇ ਨੇ, ਕੜਾਹ ਪ੍ਰਸ਼ਾਦੀ ਦੇ ਕਰਾਉਂਦੇ ਨੇ, ਛਕਦੇ ਨੇ, ਛਕਾਉਂਦੇ ਨੇ। ਇਹ ਗੁਰੂ ਨਾਨਕ ਦੇ ਦਰ ਦੀ ਵਡਿਆਈ ਹੈ। ਖਾਲਸਾ ਜੀ, ਇੱਕ ਹੋਰ ਜਿਹੜੀ ਸਾਖੀ ਜੁੜੀ ਹੋਈ ਹੈ ਕਿ ਜਿਹੜਾ ਇਹ ਪਵਿੱਤਰ ਸਰੋਵਰ ਹੈ ਉਹਦੇ ਲੰਗਰ ਵਾਲੀ ਸਾਈਡ 'ਤੇ ਜਿਹੜੀ ਦੁੱਖ ਭੰਜਣੀ ਬੇਰੀ ਹੈ, ਉੱਥੇ ਰਜਨੀ ਜਿਹੜੀ ਇੱਕ ਰਾਜਕੁਮਾਰੀ ਸੀ, ਉਹਦੇ ਪਿੰਗਲੇ ਪਤੀ ਦੇ ਕੋਹੜ ਦਾ ਰੋਗ ਜਿਹੜਾ ਸੀਗਾ ਉਹ ਦੂਰ ਹੋਇਆ ਸੀ ਜੀ। ਤਾਂ ਉਹ ਸਾਖੀ ਦੇ ਬਾਰੇ ਵੀ ਜਿਹੜੀ ਥੋੜ੍ਹੀ ਜਿਹੀ ਕਈ ਇਤਿਹਾਸਕਾਰ ਇਸ ਸਾਖੀ ਦੇ ਨਾਲ ਅੱਜ ਕੱਲ੍ਹ ਸਹਿਮਤ ਨਹੀਂ ਹੋ ਰਹੇ ਜੀ, ਪਰ ਕਈ ਸਹਿਮਤ ਨੇ। ਇਤਿਹਾਸਕਾਰਾਂ ਨੇ ਲਿਖਿਆ ਵੀ ਪੱਟੀ ਦਾ ਇੱਕ ਹੰਕਾਰਿਆ ਹੋਇਆ ਰਾਜਾ ਸੀ ਦੁਨੀ ਚੰਦ, ਅਤੇ ਉਹਦੀਆਂ ਲੜਕੀਆਂ ਸੀ। ਸਾਰੀਆਂ ਲੜਕੀਆਂ ਕਹਿੰਦੀਆਂ ਸੀ ਵੀ ਅਸੀਂ ਤੇਰ ਬਾਬਲ ਦਾ ਦਿੱਤਾ ਖਾਂਦੀਆਂ। ਤਾਂ ਇਹ ਲੜਕੀ ਜਿਹੜੀ ਸੀ ਇਹ ਕੁਦਰਤੀ ਰੱਬ ਦੇ ਨਾਲ ਜੁੜੀ ਹੋਈ ਸੀ। ਇਹ ਕਹਿੰਦੀ ਸੀ ਨਹੀਂ, ਮੈਂ ਰੱਬ ਦਾ ਦਿੱਤਾ ਖਾਂਦੀ ਹਾਂ। ਉਹ ਦੁਨੀ ਚੰਦ ਇਸ ਗੱਲੋਂ ਖਿੱਝ ਗਿਆ। ਉਹਨੇ ਕਿਹਾ ਵੀ ਮੇਰੀ ਲੜਕੀ ਹੋ ਕੇ ਮੇਰੇ ਘਰੋਂ ਖਾ ਕੇ ਵੀ ਇਹ ਰੱਬ ਦਾ ਨਾਂ ਕਹੀ ਜਾਂਦੀ ਹੈ ਕਿ ਉਹ ਮੈਨੂੰ ਦਿੰਦਾ। ਉਹਨੇ ਕਿਹਾ ਮੈਂ ਵੇਖਦਾ ਵੀ ਇਹ ਕਿਵੇਂ ਰੱਬ ਦਾ ਦਿੱਤਾ ਖਾਂਦੀ ਹੈ। ਤਾਂ ਉਹਨੇ ਇੱਕ ਪਿੰਗਲੇ ਦੇ ਨਾਲ ਉਹਦੀ ਸ਼ਾਦੀ ਕਰ ਦਿੱਤੀ। ਤੋ ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਵਿਚਾਰੀ ਆਪਣੇ ਪਿੰਗਲੇ ਪਤੀ ਨੂੰ ਰੇਹੜੀ ਵਿੱਚ ਪਾ ਕੇ ਘੁੰਮਦੀ ਰਹੀ। ਤੋ ਇੱਕ ਦਿਨ ਸ਼੍ਰੀ ਦਰਬਾਰ ਸਾਹਿਬ, ਜਦੋਂ ਕੁਦਰਤ ਨੇ ਕੋਈ ਵਿਧ ਬਣਾਉਣੀ ਹੋਵੇ, ਕਿਸੇ ਦਾ ਜੀਵਨ ਸਵਾਰਨਾ ਹੋਵੇ, ਤੋ ਉੱਥੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਅਤੇ ਉਸ ਵੇਲੇ ਤਾਂ ਇਹ ਸਰੋਵਰ ਹੁੰਦਾ ਨਹੀਂ ਸੀ, ਉਹਦੇ ਇੱਕ ਛੱਪੜੀ ਜਿਹੀ ਹੁੰਦੀ ਸੀ। ਅਤੇ ਉੱਥੇ ਬੈਠ ਕੇ ਉਹ ਆਪ 'ਤੇ ਚਲੀ ਗਈ ਨਮਸਕਾਰ ਕਰਨ। ਅਤੇ ਉੱਥੇ ਉਹਦੇ ਪਤੀ ਨੇ ਦੇਖਿਆ ਕਿ ਕਾਂ ਆਉਂਦੇ ਨੇ, ਉਹ ਟੁੱਬਾ ਲਾਉਂਦੇ ਨੇ ਅਤੇ ਚਿੱਟੇ ਬਣ ਕੇ ਜਾ ਰਹੇ ਨੇ। ਅਤੇ ਉਹ ਵੀ ਰੇੜਦਾ ਗਿਆ। ਅਤੇ ਜਦੋਂ ਉੱਥੇ ਉਹਨੇ ਆਪਣੇ ਜ਼ਖਮਾਂ 'ਤੇ ਥੋੜ੍ਹਾ ਜਿਹਾ ਲਾਇਆ ਅਤੇ ਉਹ ਇਸ਼ਨਾਨ ਕੀਤਾ ਅਤੇ ਕਹਿੰਦੇ ਨੇ ਉਹ ਤੰਦਰੁਸਤ ਹੋ ਗਿਆ, ਬਿਲਕੁਲ ਅਰੋਗ ਹੋ ਗਿਆ। ਅਤੇ ਉਹਨੇ ਥੋੜ੍ਹਾ ਜਿਹਾ ਜ਼ਖਮ ਰੱਖ ਲਿਆ ਆਪਣੀ ਪਤਨੀ ਨੂੰ ਦੱਸਣ ਵਾਸਤੇ। ਅਤੇ ਜਦੋਂ ਕਹਿੰਦੇ ਨੇ ਰਜਨੀ ਆਈ, ਉਹ ਵੇਖ ਕੇ ਹੈਰਾਨ ਰਹਿ ਗਈ। ਸੋ ਗੁਰੂ, ਦੇਖੋ ਗੱਲ ਇਹ ਹੈ ਕਿ ਅੱਜ ਵੀ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਕਰਾਮਾਤਾਂ ਹੋ ਰਹੀਆਂ ਨੇ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੈਸੇ ਸਿੱਖ ਧਰਮ ਜਿਹੜਾ ਹੈ ਉਹ ਕਰਾਮਾਤ ਵਿੱਚ ਵੈਸੇ ਵਿਸ਼ਵਾਸ ਨਹੀਂ ਰੱਖਦਾ ਜੀ, ਕਿਉਂਕਿ ਸਿੱਖੀ ਵਿੱਚ ਕਰਾਮਾਤ ਖੁਦਾ ਦਾ ਕਹਿਰ ਹੈ ਜੀ। ਲੇਕਿਨ ਜੋ ਕਰਾਮਾਤਾਂ ਨੇ ਅੱਜ ਵੀ ਵਰਤ ਰਹੀਆਂ ਨੇ। ਲੇਕਿਨ ਕਈ ਉੱਥੇ ਰੋਗੀ ਜਿਹੜੇ ਆਉਂਦੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਅਰੋਗ ਹੋ ਕੇ ਜਾ ਰਹੇ ਨੇ ਜੀ, ਕਿਉਂਕਿ ਇਹ ਗੁਰੂ ਨਾਨਕ ਦੇ ਦਰ ਦੀ ਵਡਿਆਈ ਹੈ। ਬਿਲਕੁਲ। ਔਰ ਮੈਂ ਪ੍ਰਵਾਸੀ ਪੰਜਾਬੀਆਂ ਨੂੰ ਕਹਿਣਾ ਹੁੰਦਾ ਕਿ ਜਦੋਂ ਉਹ ਪੰਜਾਬ ਜਾਣ, ਘੱਟੋ ਘੱਟ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਕਰ ਜੀ। ਸੋ ਇਹ ਇੱਕ ਜਿਹੜੀ ਸਾਖੀ ਹੈ ਵੀ ਬਹੁਤ ਮਹੱਤਵਪੂਰਨ ਜੁੜੀ ਹੋਈ ਹੈ, ਬਹੁਤ ਮਹੱਤਵਪੂਰਨ ਤਰੀਕੇ ਦੇ ਨਾਲ ਜਿਹੜਾ ਦਰਬਾਰ ਸਾਹਿਬ ਦੇ ਸਰੋਵਰ ਜਿਹੜਾ ਖਾਸ ਕਰਕੇ ਦੁੱਖ ਭੰਜਣੀ ਬੇਰੀ ਸਾਹਿਬ ਜਿਹੜਾ ਨਾਮ ਪਿਆ ਆ ਜੀ, ਉਹ ਇੱਥੋਂ ਪਿਆ ਆ। ਇੱਕ ਮੈਂ ਸੰਗਤਾਂ ਨੂੰ ਹੋਰ ਦੱਸਣਾ ਚਾਹਣਾ, ਕਈ ਸੰਗਤਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ, ਜਦੋਂ ਆਪਾਂ ਅੰਮ੍ਰਿਤਸਰ ਤੋਂ ਤਰਨਤਾਰਨ ਸਾਹਿਬ ਜਾਈਏ ਜੀ, ਤਾਂ ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਝੂਲਣ ਸਾਹਿਬ ਜੀ, ਹਾਂਜੀ। ਅਤੇ ਉਹ ਸੰਗਤਾਂ ਨੂੰ ਬਹੁਤ ਘੱਟ ਪਤਾ ਹੈ। ਕਈ ਸੰਗਤਾਂ ਨੇ ਉਸ ਝੂਲਣਾ ਸਾਹਿਬ ਦੇ ਦਰਸ਼ਨ ਨਾ ਕੀਤੇ ਹੋਣ। ਅਤੇ ਅੱਜ ਵੀ ਦੇਖੋ ਕਰਾਮਾਤ ਹੈ ਉੱਥੇ। ਬਿਲਕੁਲ ਜੀ, ਬਿਲਕੁਲ। ਦੇਖੋ ਉੱਥੇ ਕੰਧ ਅੱਜ ਵੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਕੰਧ ਤਿਆਰ ਕੀਤੀ ਸੀ, ਉਹਦੇ ਉੱਤੇ ਮਹਾਰਾਜ ਨੇ ਜੋ ਕਰਾਮਾਤ ਵਿਖਾਈ ਸੀ, ਉਹ ਅੱਜ ਵੀ ਵਰਤ ਰਹੀ ਹੈ। ਅੱਜ ਵੀ ਉਸ ਕੰਧ ਦੇ ਉੱਤੇ ਕੁਛ ਸੰਗਤਾਂ ਬਹਿੰਦੀਆਂ ਨੇ, ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਉਹ ਹੱਥ ਲਾਉਂਦਾ ਹੈ, ਅਤੇ ਉਸੇ ਤਰ੍ਹਾਂ ਕੰਧ ਉੱਤੇ ਬੈਠ ਕੇ ਝੂਲੇ ਆਉਂਦੇ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਵੀ ਇਹ ਸਦਾ ਵਾਸਤੇ ਝੂਲੇ ਰਹਿਣਗੇ। ਦੇਖੋ ਅੱਜ ਵੀ ਕਰਾਮਾਤਾਂ, ਜਿਹੜੀ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ। ਲੇਕਿਨ ਗੁਰੂ ਨਾਨਕ ਦੇ ਜੋ ਬਚਨ ਮੂੰਹ ਚੋਂ ਕਹੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾ ਸੱਚ ਹੋਏ, ਤਾਂ ਉਹ ਅੱਜ ਵੀ ਉਸ ਲਫ਼ਜ਼ ਸੱਚ ਹੋ ਰਹੇ ਜੀ। ਇੱਦਾਂ ਦੀਆਂ ਬਹੁਤ ਸਾਰੀਆਂ ਕਰਾਮਾਤਾਂ ਜਿਹੜੀਆਂ ਨੇ ਉਹ ਸਾਨੂੰ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਨੇ। ਬਹੁਤ ਸਾਰੀਆਂ ਇੱਕ ਜਿਹੜੇ ਸਾਇੰਟਿਸਟ ਸੀਗੇ, ਉਹਨਾਂ ਦੇ ਕੈਂਸਰ ਦਾ ਰੋਗ ਜਿਹੜਾ ਗੁਰੂ ਸਾਹਿਬ ਨੇ ਮਿਰਤ ਕੀਤਾ ਸੀਗਾ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ, ਅਸੀਂ ਬਹੁਤ ਸਾਰੀਆਂ ਗੱਲਾਂ ਜਾਣੀਆਂ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਿਲ ਕਰਦੇ ਹਾਂ। ਪਰ ਇੱਕ ਫਿਲਹਾਲ ਇਹਨੇ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ।
ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਭਾਈ ਕੁਲਜੀਤ ਸਿੰਘ ਦਿਲਬਰ ਜੀ ਦੇ ਨਾਲ, ਜੋ ਕਿ ਸ਼੍ਰੋਮਣੀ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ। ਔਰ ਅੱਜ ਸਾਡੀ ਗੱਲਬਾਤ ਦਾ ਜਿਹੜਾ ਟੌਪਿਕ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੈ, ਕਿਉਂਕਿ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਜਿਹੜਾ ਆ ਉਹ ਅਸੀਂ ਮਨਾ ਰਹੇ ਹਾਂ। ਸੋ ਗੁਰੂ ਸਾਹਿਬ ਦੇ ਜੀਵਨ ਦੀਆਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਉਹ ਗਿਆਨੀ ਜੀ ਤੋਂ ਸੁਣੀਆਂ ਹਨ, ਔਰ ਜੇ ਅਸੀਂ ਵਿਸਥਾਰ ਦੇ ਨਾਲ ਹੋਰ ਅੱਗੇ ਜਾਈਏ ਤਾਂ ਸ਼ਾਇਦ ਬਹੁਤ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਅਸੀਂ ਹੁਣ ਗੁਰੂ ਮਹਾਰਾਜ ਜੀ ਵੱਲੋਂ ਉਚਾਰੀ ਗਈ ਬਾਣੀ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਕਿਉਂਕਿ ਗੁਰੂ ਸਾਹਿਬ ਵੱਲੋਂ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੀ ਬਾਣੀ ਸੀਗੀ ਉਹ ਉਚਾਰੀ ਗਈ ਆ। ਆਓ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਖਾਲਸਾ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਲਾਵਾਂ ਨੇ, ਲਾਵਾਂ ਦਾ ਪਾਠ ਹੈ ਉਹ ਗੁਰੂ ਸਾਹਿਬ ਦੀ ਉਚਾਰਨ ਕੀਤੀ ਬਾਣੀ ਹੈ ਜੀ। ਉਹ ਇਹ ਕਿਸ ਤਰ੍ਹਾਂ ਜਿਹੜਾ ਸਬਬ ਇਹ ਬਣਿਆ, ਔਰ ਗੁਰੂ ਸਾਹਿਬ ਤੋਂ ਜਿਹੜੀਆਂ ਇਸ ਤੋਂ ਇਲਾਵਾ ਹੋਰ ਬਾਣੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ, ਉਹਦੇ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਕੌਮ ਉਹਨੂੰ ਇੱਕ ਦੁਨੀਆ ਵਿੱਚ ਕੇਵਲ ਇੱਕੋ ਇੱਕ ਗ੍ਰੰਥ ਹੈ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਹੈ, ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਵਿੱਚ ਸਾਡੇ 6 ਗੁਰੂਆਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਗਈ ਹੈ। ਮੈਂ ਸਰੋਤੇ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 973 ਸ਼ਬਦ ਲਿਖੇ, ਗੁਰੂ ਅੰਗਦ ਦੇਵ ਮਹਾਰਾਜ ਨੇ 61 ਸ਼ਬਦ ਲਿਖੇ, ਗੁਰੂ ਅਮਰਦਾਸ ਮਹਾਰਾਜ ਨੇ 907 ਸ਼ਬਦ ਲਿਖੇ, ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ, ਇਹਨਾਂ ਨੇ ਆਪਣੀ ਕਲਮ ਦੇ ਨਾਲ 679 ਸ਼ਬਦ ਲਿਖੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 2218 ਸ਼ਬਦ ਲਿਖੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬੀੜ ਸੰਪਾਦ ਕੀਤੀ ਸੀ ਉਹਦੇ ਉਸ ਵੇਲੇ 974 ਪੰਨੇ ਸੀ। ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਬੋ ਕੀ ਤਲਵੰਡੀ 59 ਸ਼ਬਦ 57 ਸਲੋਕ ਦਰਜ ਕਰਕੇ ਇਹ 1430 ਪੰਨਿਆਂ ਦਾ ਗ੍ਰੰਥ ਸੰਪਾਦ ਕੀਤਾ, ਆਡਿਟ ਕੀਤਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਕਲਮ ਦੇ ਨਾਲ 679 ਸ਼ਬਦ ਲਿਖੇ ਨੇ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਦਿਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਆਪਣੇ ਕੁਝ ਸੇਵਕਾਂ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਰਠ ਵਿੱਚ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਬਾਰਠ ਸਨ ਜੀ। ਅਤੇ ਬਾਰਠ ਜਦੋਂ ਪਹੁੰਚੇ ਅਤੇ ਜਦੋਂ ਪਤਾ ਲੱਗਾ ਕਿ ਬਾਬਾ ਸ਼੍ਰੀ ਚੰਦ ਜੀ ਆਪਣੇ ਸਵਾਸ ਦਸਮ ਦੁਆਰਾ ਚੜ੍ਹਾ ਕੇ ਬਿਰਤੀ ਵਿੱਚ ਜੁੜੇ ਹੋਏ ਸਨ, ਅਤੇ ਜਦੋਂ ਉਹਨਾਂ ਦੀ ਬਿਰਤੀ ਖੁੱਲ੍ਹੀ ਤਾਂ ਉਹਨਾਂ ਨੇ ਸਾਹਮਣੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਦ ਦਰਸ਼ਨ ਕੀਤੇ। ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਸਿਰ ਝੁਕਾਇਆ। ਵੇਖੋ ਨਿਮਰਤਾਈ ਦੀ ਹੱਦ ਹੈ। ਬਾਬਾ ਸ਼੍ਰੀ ਚੰਦ ਜੀ ਨੇ ਹਾਸੇ ਹਾਸੇ ਵਿੱਚ ਪੁੱਛਿਆ ਵੀ ਪੁਰਖਾ ਐਡਾ ਵੱਡਾ ਦਾੜਾ ਕਿਸ ਗੱਲ ਲਈ ਵਧਾਇਆ ਹੋਇਆ? ਅਤੇ ਗੁਰੂ ਰਾਮਦਾਸ ਮਹਾਰਾਜ ਆਪਣੇ ਆਸਣ ਤੋਂ ਉੱਠੇ, ਉਹ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਸਾਫ਼ ਕਰਨ ਲੱਗ ਪਏ। ਕਹਿਣ ਲੱਗੇ ਮਹਾਂਪੁਰਖੋ ਆਪ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਲਈ ਵਧਾਇਆ ਹੋਇਆ ਹੈ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਆਹ ਤੁਹਾਡੀ ਨਿਮਰਤਾਈ ਸੀ ਜਿਹੜੀ ਸਾਡੇ ਕੋਲੋਂ ਗੁਰਗੱਦੀ ਖੋਹ ਕੇ ਲੈ ਗਈ। ਅਤੇ ਇਸ ਤਰ੍ਹਾਂ ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਦਾ ਦਰਬਾਰ ਸਜਿਆ ਹੋਇਆ ਸੀ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਕੁਝ ਭਟਾਵਾਂ ਭੇਟ ਕੀਤੀਆਂ। ਬਾਬਾ ਸ਼੍ਰੀ ਚੰਦ ਜੀ ਨੇ ਅਸੈਪਟ ਕੀਤੀਆਂ, ਪ੍ਰਵਾਨ ਕੀਤੀਆਂ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਸੁਣਾਓ। ਤਾਂ ਉੱਥੇ ਰਾਮਦਾਸ ਮਹਾਰਾਜ ਨੇ ਆਪਣੀ ਰਾਗ ਆਸਾ ਵਿੱਚ ਬਾਣੀ ਸੁਣਾਈ। ਹਰ ਜਿਹੜੇ ਆਪਣੇ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਤਨ ਰਾਮ ਰਾਜੇ, ਉਹ ਜਦੋਂ ਸੁਣਾਇਆ ਅਤੇ ਕਹਿੰਦੇ ਨੇ ਫਿਰ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਜਦੋਂ ਸਾਰੀ ਆਸਾ ਦੀ ਵਾਰ ਸੁਣੀ ਅਤੇ ਬਾਬਾ ਸ਼੍ਰੀ ਚੰਦ ਜੀ ਦਇਆ ਦੇ ਘਰ ਵਿੱਚ ਆ ਗਏ। ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਸਾਡੇ ਪਿਤਾ ਨੇ ਆਸਾ ਦੀ ਵਾਰ ਲਿਖੀ, ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀ ਬਾਣੀ ਜੋੜ ਕੇ ਉਹ ਆਸਾ ਦੀ ਵਾਰ ਬਣਾ ਦਿੱਤੀ। ਲੇਕਿਨ ਅੱਜ ਜਿਹੜੇ ਰਵਾਬੀ ਹੋਣਗੇ, ਜਿਹੜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਪੜ੍ਹਿਆ ਕਰਨਗੇ, ਉਹ ਤੁਹਾਡੀ ਇਹ ਜਿਹੜੇ 24 ਚੌਪਦੇ ਨੇ ਇਹਨੂੰ ਮੰਗਲਾਂ ਦੇ ਰੂਪ ਵਿੱਚ ਪੜ੍ਹਿਆ ਕਰਨਗੇ।
ਔਰ ਬਾਬਾ ਸ਼੍ਰੀ ਚੰਦ ਜੀ ਦੇ ਕਹੇ ਹੋਏ ਵਾਕ ਉਹ ਸੱਤ ਨੇ। ਅੱਜ ਜਿੰਨੇ ਵੀ ਰਬਾਬੀ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਸਭ ਤੋਂ ਪਹਿਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਲਿਖੇ ਹੋਏ ਚੌਪਦੇ ਜਿਹੜੇ ਨੇ ਉਹ ਮੰਗਲਾ ਦੇ ਰੂਪ ਵਿੱਚ ਪੜ੍ਹੇ ਜਾਂਦੇ ਨੇ। ਵਾਹਿਗੁਰੂ। ਇਹ ਬਾਬਾ ਸ਼੍ਰੀ ਚੰਦ ਜੀ ਦਾ ਵਾਰ ਕਹਿ ਲਓ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਿਖੀ ਹੋਈ ਬਾਣੀ ਦੀ ਵਡਿਆਈ ਕਹਿ ਲਓ। ਉਸ ਤੋਂ ਬਾਅਦ ਤੁਸੀਂ ਜਿਵੇਂ ਹੁਣੇ ਪੁੱਛਿਆ ਕਿ 4 ਲਾਵਾਂ ਜੀ ਆਪਾਂ ਪੜ੍ਹਦੇ ਹਾਂ। ਅੱਜ ਜੋ ਮਰਜ਼ਾਦਾ ਹੈ ਸਿੱਖ ਧਰਮ ਦੀ ਵਿੱਚ ਅਸੀਂ 4 ਲਾਵਾਂ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ। ਔਰ ਇੱਕ ਲੜਕੀ ਸਮਾਜ ਦੇ ਵਿੱਚ ਖੜੀ ਹੋ ਕੇ ਕਹਿੰਦੀ ਹੈ, ਪੱਲੇ ਤੈਂਡੇ ਲਾਗੀ, ਵੀ ਅੱਜ ਤੋਂ ਬਾਅਦ ਮੈਂ ਤੇਰੇ ਲੜ ਲੱਗੀ ਹਾਂ। ਮੈਂ ਆਪਣੇ ਇੱਕ ਨੌਜਵਾਨ ਵੀਰਾਂ ਨੂੰ, ਆਪਣੀਆਂ ਧੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਈ ਜਦੋਂ ਕਿਤੇ ਤੁਹਾਡਾ ਵਿਆਹ ਹੋ ਰਿਹਾ ਹੋਵੇ, ਕੇਵਲ 4 ਲਾਵਾਂ ਲੈ ਲੈਣੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਸਾਨੂੰ ਉਹਨਾਂ ਲਾਵਾਂ ਨੂੰ ਇੰਨੇ ਗੌਰ ਨਾਲ ਸੁਣਨਾ ਚਾਹੀਦਾ ਹੈ, ਕਿਉਂਕਿ ਉਹਨਾਂ 4 ਲਾਵਾਂ ਦੇ ਵਿੱਚ ਹੀ ਸਾਡਾ ਗ੍ਰਸਥ ਜੀਵਨ ਛੁਪਿਆ ਹੋਇਆ ਹੈ। ਪਰ ਅਸੀਂ ਦੇਖਦੇ ਹਾਂ ਕਿ ਲੜਕਾ ਲੜਕੀ ਕੇਵਲ ਅਤੇ ਕੇਵਲ ਉਹ ਲਾਵਾਂ ਲੈਂਦੇ ਨੇ, ਆਣ ਕੇ ਮੱਥਾ ਟੇਕਦੇ ਨੇ, ਬਹਿ ਜਾਂਦੇ ਨੇ, ਦੂਜੀ ਲਾਮ ਹੋਈ, ਤੀਜੀ ਲਾਮ ਹੋਈ, ਚੌਥੀ ਲਾਮ ਹੋਈ, ਪਰ ਲੇਕਿਨ ਉਹਦੇ ਅਰਥ ਭਾਵ ਸਮਝਣ ਦਾ ਅਸੀਂ ਯਤਨ ਨਹੀਂ ਕਰਦੇ। ਭਾਵੇਂ ਠੀਕ ਹੈ ਕਿ ਬਾਅਦ ਵਿੱਚ ਕਥਾਵਾਚਕ ਉਸ ਨੂੰ ਵਿਸਥਾਰ ਦੇ ਨਾਲ ਵਿਖਿਆਨ ਵੀ ਕਰਦੇ ਨੇ, ਪਰ ਮੈਂ ਲੜਕੇ ਲੜਕੀ ਨੂੰ ਬੇਨਤੀ ਕਰਦਾ ਹੁੰਦਾ ਕਿ ਭਾਈ ਤੁਸੀਂ ਪਹਿਲਾਂ ਬੜੇ ਗੌਰ ਦੇ ਨਾਲ ਉਹਨਾਂ ਲਾਵਾਂ ਨੂੰ ਸੁਣੋ। ਰਾਗ ਸੂਹੀ ਦੇ ਵਿੱਚ ਮਹਾਰਾਜ ਨੇ 4 ਲਾਵਾਂ ਦਾ ਉਚਾਰਨ ਕੀਤਾ। ਪਹਿਲੀ ਲਾਮ ਦੇ ਵਿੱਚ ਮੇਰੇ ਹਜ਼ੂਰ ਨੇ ਧਰਮ ਨੂੰ ਦ੍ਰਿੜ ਕਰਵਾਇਆ। ਦੂਸਰੀ ਲਾਮ ਦੇ ਵਿੱਚ ਮੇਰੇ ਹਜ਼ੂਰ ਨੇ ਨਿਰਭਉ ਬਾਰੇ ਦੱਸਿਆ। ਤੀਸਰੀ ਲਾਮ ਦੇ ਵਿੱਚ ਵਿਰਾਗ ਬਾਰੇ, ਔਰ ਚੌਥੀ ਲਾਮ ਦੇ ਵਿੱਚ ਸਹਿਜ ਬਾਰੇ ਮੇਰੇ ਹਜ਼ੂਰ ਨੇ ਪ੍ਰਧਾਨਤਾ ਦਿੱਤੀ ਹੈ। ਔਰ ਸਾਡਾ ਜਿਹੜਾ ਗ੍ਰਸਥ ਜੀਵਨ ਹੈ ਉਹ ਸਾਡੇ ਇਸ 4 ਲਾਵਾਂ ਦੇ ਵਿੱਚ ਛੁਪਿਆ ਹੋਇਆ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਮਨ ਨੂੰ ਬੜਾ ਸਕੂਨ ਮਿਲਦਾ ਹੈ। ਔਰ ਅੰਮ੍ਰਿਤ ਵੇਲੇ ਆਸਾ ਦੀ ਵਾਰ, ਆਸਾ ਦਾ ਮਤਲਬ ਹੈ ਉਮੀਦ, ਹੋਪ। ਜਿਵੇਂ ਸੂਰਜ ਦੀ ਸੁਨਹਿਰੀ ਕਿਰਨ ਸਾਡੇ ਲਈ ਕੋਈ ਉਮੀਦ ਲੈ ਕੇ ਆਉਂਦੀ ਹੈ, ਸੋ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ ਜਿਹੜੀ ਕੀਰਤਨ ਹੈ ਉਹਨੂੰ ਆਸਾ ਦੀ ਵਾਰ ਦਾ ਨਾਂ ਦਿੱਤਾ ਹੈ। ਮੈਂ ਕਹਿੰਦਾ ਕਿ ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਆਸਾ ਦੀ ਵਾਰ ਦੇ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਇਹਦੇ ਵਿੱਚ ਸਾਡਾ ਜੀਵਨ ਛੁਪਿਆ ਹੋਇਆ ਹੈ ਜੀ। ਸੋ ਇੱਕ ਸਿੱਖ ਦਾ ਜਿਹੜਾ ਇੱਕ ਬੇਸਿਕ, ਪਹਿਲਾਂ ਤਾਂ ਕਹਿ ਸਕਦੇ ਹਾਂ ਕਿ ਇੱਕ ਜੀਵਨ ਦਾ ਮੁੱਢ ਜਿਹੜਾ ਬਣਿਆ ਜਾਂਦਾ, ਉਹ ਲਾਵਾਂ ਦਾ ਜਦੋਂ ਉਹਦਾ ਜੀਵਨ 'ਚ ਬਦਲਾਅ ਆਉਂਦਾ, ਉਹ ਵੀ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਇੱਕ ਸਿੱਖ ਦੇ ਜੀਵਨ ਦਾ। ਸੋ ਉਹਨੂੰ ਜਿਹੜਾ ਗੁਰੂ ਸਾਹਿਬ ਨੇ ਇੱਕ ਸਿੱਖਿਆ ਦੇ ਤੌਰ 'ਤੇ ਜਿਹੜਾ ਉਹ ਸਾਨੂੰ ਦੱਸਿਆ ਕਿ ਇੱਕ ਸਿੱਖ ਦੇ ਕੀ ਵਿਆਹ ਤੋਂ ਬਾਅਦ ਜਿਹੜੇ ਫਰਜ਼ ਨੇ ਉਹ ਹੋਣਗੇ। ਸੋ ਜਿਸ ਤਰ੍ਹਾਂ ਕਿ ਸਾਨੂੰ ਸਿੰਘ ਸਾਹਿਬ ਨੇ ਦੱਸਿਆ ਕਿ ਸਾਨੂੰ ਉਹ ਸਾਰੀਆਂ ਜਿਹੜੀਆਂ 4 ਲਾਵਾਂ ਨੇ ਉਹਨਾਂ ਦਾ ਜਿਹੜਾ ਪਿੱਛੇ ਕੀ ਗੁਰੂ ਸਾਹਿਬ ਕਹਿਣਾ ਚਾਹ ਰਹੇ ਸਾਨੂੰ, ਉਹ ਸਾਨੂੰ ਸਮਝਣ ਦੀ ਲੋੜ ਹੈ। ਸੋ ਇਸ ਤੋਂ ਇਲਾਵਾ ਖਾਲਸਾ ਜੀ ਅਸੀਂ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਬਾਰੇ ਜਾਣਕਾਰੀ ਹਾਸਲ ਕਰ ਲਈ। ਹੁਣ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਜੀਵਨ ਸੀ ਉਹਦੇ ਵਿੱਚ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕੁਛ ਜਿਹੜੇ ਸਾਲ ਸੀ ਆਪਣੀ ਜ਼ਿੰਦਗੀ ਦੇ ਉਹ ਦਿੱਤੇ ਸੀ। ਸੋ ਗੁਰੂ ਸਾਹਿਬ ਨੇ ਆਪਣੀ ਜਿਹੜੀ ਉਮਰ ਸੀ ਉਹ ਕਿੰਨੀ ਉਮਰ ਭੋਗੀ, ਔਰ ਉਸ ਤੋਂ ਬਾਅਦ ਗੁਰਿਆਈ ਕਿੱਦਾਂ ਜਿਹੜੀ ਅੱਗੇ ਗੁਰੂ ਅਰਜਨ ਦੇਵ ਜੀ ਨੇ ਦਿੱਤੀ? ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ 7 ਸਾਲ ਗੁਰਿਆਈ ਕੀਤੀ ਹੈ ਜੀ। 46 ਸਾਲ 11 ਮਹੀਨੇ ਅਤੇ 7 ਦਿਨ ਇਹ ਗੁਰੂ ਰਾਮਦਾਸ ਮਹਾਰਾਜ ਨੇ ਮਨੁੱਖੀ ਦੇਹਾਈ ਵਿੱਚ ਗੁਜ਼ਾਰੇ ਨੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਜਿਹੜੀ ਹੈ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ, ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਬਣ ਕੇ ਗੁਰਗੱਦੀ ਉੱਤੇ ਬੈਠੇ। ਮੈਂ ਇਹ ਵੀ ਸੰਗਤਾਂ ਨੂੰ ਦੱਸ ਦਿਆਂ ਕਿ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਔਰ ਅਰਜਨ ਦੇਵ ਜੀ। ਲੇਕਿਨ ਜਿਹੜੀ ਗੁਣਾਂ ਦੇ ਆਧਾਰ ਉੱਤੇ ਜਿਹੜੀ ਗੁਰਤਾ ਸੀ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਜੀ। ਜਨਮ ਇੱਕ ਹੋਰ ਵੀ ਕਥਾ, ਬੜੀ ਸਵਾਦਲੀ ਕਥਾ ਆਉਂਦੀ ਹੈ ਕਿ ਕਹਿੰਦੇ ਨੇ ਭਾਈ ਆਦਮ ਜੀ ਉਹਦੇ ਔਲਾਦ ਨਹੀਂ ਸੀ ਜੀ, ਖੇਤੀਬਾੜੀ ਬਹੁਤ ਸੀ, ਲੇਕਿਨ
ਝੂਰਦਾ ਸੀ ਆਪਣੇ ਆਪ ਨੂੰ ਕਿ ਮੇਰੇ ਘਰ ਔਲਾਦ ਨਹੀਂ, ਮੈਂ ਇਸ ਸੰਸਾਰ ਤੋਂ ਔਂਤਰਾ ਜਾਵਾਂਗਾ। ਸੋ ਕਿਸੇ ਨੇ ਉਹਨਾਂ ਨੂੰ ਦੱਸ ਪਾਈ ਕਿ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਜਾਓ। ਉਹ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਆਏ ਅਤੇ ਐਸੀ ਲਿਵ ਲੱਗੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਆਣ ਕੇ, ਇੰਨੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਪੁੱਤਰ ਦੀ ਜਿਹੜੀ ਉਹ ਔਲਾਦ ਦੀ ਚਾਹਨਾ ਸੀ ਉਹ ਖਤਮ ਹੀ ਹੋ ਗਈ। ਸੋ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੇ ਲੰਗਰ ਵਾਸਤੇ ਵੀ ਲੱਕੜਾਂ ਲਿਆਉਣੀਆਂ, ਕੁਛ ਆਪਣੇ ਘਰ ਵਾਸਤੇ ਲੈ ਆਉਣੀਆਂ। ਸੋ ਇੱਕ ਦਿਨ ਇੰਨੀ ਠੰਡ ਹੋ ਗਈ ਅਤੇ ਲੱਕੜਾਂ ਮੁੱਕ ਗਈਆਂ ਅਤੇ ਬਾਬਾ ਆਦਮ ਜੀ ਉਹ ਲੱਕੜਾਂ ਨੂੰ ਘਰ ਵਿੱਚੋਂ ਲੈ ਕੇ ਉਹਨਾਂ ਨੇ ਸੰਗਤਾਂ ਵਾਸਤੇ ਅੱਗ ਬਾਲ ਦਿੱਤੀ ਅਤੇ ਕੁਦਰਤੀ ਉੱਧਰੋਂ ਘੁੰਮਦੇ ਫਿਰਦੇ ਰਾਮਦਾਸ ਮਹਾਰਾਜ ਆ ਗਏ। ਉਹਨਾਂ ਨੇ ਆਣ ਕੇ ਪੁੱਛਿਆ, ਭਾਈ ਇਹ ਸੇਵਾ ਕਿਹਨੇ ਕੀਤੀ ਹੈ? ਉਹ ਕਹਿੰਦੇ ਜੀ ਬਾਬਾ ਆਦਮ ਜੀ ਨੇ। ਮਹਾਰਾਜ ਕਹਿੰਦੇ ਵੀ ਸਾਡੇ ਦਰਬਾਰ ਵਿੱਚ ਸਵੇਰੇ ਉਹਨਾਂ ਨੂੰ ਪੇਸ਼ ਕਰੋ। ਅਤੇ ਕਹਿੰਦੇ ਜਦੋਂ ਦਰਬਾਰ ਲੱਗਾ ਮਹਾਰਾਜ ਦਾ ਅਤੇ ਬਾਬਾ ਆਦਮ ਜੀ ਵੀ ਆ ਗਏ, ਉਹਨਾਂ ਦੀ ਪਤਨੀ ਲੱਖੋ ਵੀ ਆ ਗਈ ਅਤੇ ਮਹਾਰਾਜ ਨੇ ਕਿਹਾ ਵੀ ਤੁਸਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਸੰਗਤਾਂ ਦੀ ਸੇਵਾ ਕੀਤੀ ਹੈ, ਗੁਰੂ ਨਾਨਕ ਦਾ ਦਰ ਤੁੱਠ ਹੈ, ਮੰਗੋ ਕੀ ਮੰਗਦੇ ਹੋ। ਹੁਣ ਮਹਾਰਾਜ ਤੇ ਜਾਣੀ ਜਾਣ ਸਨ, ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸੋ ਮਹਾਰਾਜ ਕਹਿੰਦੇ ਵੀ ਦੱਸੋ ਕੀ ਚਾਹੁੰਦੇ ਹੋ। ਬਾਬਾ ਆਦਮ ਸੰਗ ਗਿਆ, ਕਹਿੰਦਾ ਵੀ ਹੁਣ ਬੁਢਾਪੇ 'ਚ ਜਦੋਂ ਮੈਂ ਉਹਨਾਂ ਕੋਲੋਂ ਪੁੱਤਰ ਦੀ ਦਾਤ ਮੰਗਾਂਗਾ ਅਤੇ ਸੰਗਤਾਂ ਤਾਂ ਹੱਸ ਪੈਣਗੀਆਂ, ਮੇਰਾ ਮਜ਼ਾਕ ਉੱਡੇਗਾ। ਉਹ ਕਹਿੰਦਾ ਨਹੀਂ ਮਹਾਰਾਜ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ। ਅਤੇ ਉਹਨਾਂ ਦੀ ਪਤਨੀ ਲੱਖੋ ਕਹਿੰਦੀ ਵੀ ਇਹਨੇ ਤਾਂ ਕੁਛ ਨਹੀਂ ਮੰਗਣਾ। ਉਹਨੇ ਉਹਦੀ ਬਾਂਹ ਫੜ ਕੇ ਉਹਨੂੰ ਪਿੱਛੇ ਕੀਤਾ ਅਤੇ ਆਪ ਅੱਗੇ ਹੋ ਕੇ ਕਹਿੰਦੀ ਮਹਾਰਾਜ ਵੀ ਜਦੋਂ ਮੰਗਣਾ ਤਾਂ ਫਿਰ ਸ਼ਰਮਾਉਣਾ ਕੀ। ਕਹਿੰਦੀ ਮਹਾਰਾਜ ਵੀ ਅਸੀਂ ਇਸ ਸੰਸਾਰ ਤੋਂ ਔਂਤਰੇ ਨਾ ਜਾਈਏ, ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਸੋ ਗੁਰੂ ਰਾਮਦਾਸ ਮਹਾਰਾਜ ਨੇ ਅੱਖਾਂ ਭਰ ਲਈਆਂ, ਦਇਆ ਦੇ ਘਰ ਵਿੱਚ ਆਏ, ਕਹਿਣ ਲੱਗੇ ਮਾਤਾ ਲੱਖੋ ਤੁਹਾਡੇ ਔਲਾਦ ਤਾਂ ਨਹੀਂ ਸੀ, ਵੀ ਸਾਡੇ ਘਰ 4 ਪੁੱਤਰ ਪੈਦਾ ਹੋਣੇ ਸੀ, ਅਸੀਂ ਆਪਣਾ ਇੱਕ ਪੁੱਤਰ ਤੁਹਾਨੂੰ ਦੇਣੇ ਆ। ਅਤੇ ਮਹਾਰਾਜ ਨੇ ਕਿਹਾ ਤੁਹਾਡੇ ਘਰ ਵਿੱਚ ਜੋ ਪੁੱਤਰ ਪੈਦਾ ਹੋਏਗਾ ਉਹਦਾ ਨਾਂ ਭਗਤੂ ਰੱਖਣਾ। ਅਤੇ ਅੱਜ ਮਾਲਵੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇੱਕ ਸ਼ਹਿਰ ਵੀ ਹੈ, ਭਾਈ ਕਾ ਭਗਤੂ। ਸੋ ਇਸ ਤਰ੍ਹਾਂ ਮਹਾਰਾਜ ਦੇ ਜੀਵਨ ਦਾ ਇੱਕ ਇਹ ਵੀ ਅੰਗ ਹੈ, ਇਤਿਹਾਸ ਹੈ। ਸੋ ਗੁਰੂ ਸਾਹਿਬ ਨੇ ਜਿੱਥੇ ਸੇਵਾ ਦੀ ਇੱਕ ਮਿਸਾਲ ਪੇਸ਼ ਕੀਤੀ, ਬਿਲਕੁਲ ਦਇਆ ਦੀ ਮਿਸਾਲ ਵੀ ਪੇਸ਼ ਕੀਤੀ। ਔਰ ਮੇਰੇ ਹਿਸਾਬ ਨਾਲ ਸਿੱਖ ਇਤਿਹਾਸ ਦੇ ਵਿੱਚ ਇੱਦਾਂ ਦੀ ਹੋਰ ਕੋਈ ਮਿਸਾਲ ਸਾਨੂੰ ਨਹੀਂ ਮਿਲ ਸਕਦੀ। ਸੋ ਜੇ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਝਾਤ ਪਾਈਏ ਤਾਂ ਸਾਨੂੰ ਉਹ ਤੋਂ ਕੀ ਸਿੱਖਿਆ ਮਿਲਦੀ? ਵੇਖੋ, ਮੈਂ ਅੱਜ ਦੇ ਨੌਜਵਾਨ ਨੂੰ ਕਹਿਣਾ ਕਿ ਉਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਧ ਲੈਣ। ਕੋਈ ਨਹੀਂ ਸੀ ਜਾਣਦਾ ਕਿ ਕੱਖਾਂ ਦੀਆਂ ਕੁੱਲੀਆਂ ਵਿੱਚ ਪੈਦਾ ਹੋਣ ਵਾਲਾ ਇੱਕ ਲੜਕਾ, ਉਹਦੇ ਉੱਤੇ ਸਤਿਗੁਰੂ ਅਕਾਲ ਪੁਰਖ ਛਤਰ ਝੁਲਾਏਗਾ। ਅੱਜ ਹਨੇਰੀਆਂ ਗਲੀਆਂ ਵਿੱਚ ਰਹਿਣ ਵਾਲੇ ਨੌਜਵਾਨ, ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਦਾ ਜੀਵਨ ਪੜ੍ਹ ਕੇ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਜੀਵਨ ਕੀ ਸੀ। ਅਸੀਂ ਉਹਨਾਂ ਦੇ ਜੀਵਨ ਨੂੰ ਸੇਧ ਲੈ ਕੇ ਚੱਲੀਏ ਅਤੇ ਆਪਣਾ ਅਗਲਾ ਜੀਵਨ ਸੰਵਾਰੀਏ। ਮੇਰੇ ਗੁਰੂ ਨਾਨਕ ਦਾ ਜੋ ਸੰਦੇਸ਼ ਹੈ ਉਹ ਇਹੀ ਹੈ ਕਿ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਇੱਕ ਅਕਾਲ ਦੀ ਪੂਜਾ ਕਰੋ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਮੈਂ ਇਹ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਾਓ, ਦਰ ਭਟਕਣ ਦੀ ਲੋੜ ਨਹੀਂ। ਇਹ ਨਹੀਂ ਕਿ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਦੁਪਹਿਰ ਨੂੰ ਜਾ ਕੇ ਹਨੂੰਮਾਨ ਦੇ ਮੰਦਰ ਟਲ ਖੜਕਾਤਾ, ਫਿਰ ਜਾ ਕੇ ਕਾਲੀ ਮਾਤਾ ਦਾ ਪ੍ਰਸ਼ਾਦ ਵੰਡ ਦਿੱਤਾ। ਇਹ ਵਿਸ਼ਵਾਸ ਨਹੀਂ। ਇੱਕ ਇਸ਼ਟ ਵਿੱਚ ਵਿਸ਼ਵਾਸ ਰੱਖੋਗੇ, ਤੁਹਾਡਾ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਖੀ ਹੋਵੇਗਾ। ਅਸੀਂ ਇੱਕ ਦੇ ਨਾਲ ਜੁੜਨਾ ਹੈ। ਚਾਹੇ ਮੈਂ ਇਹ ਨਹੀਂ ਕਹਿੰਦਾ, ਜਿੰਨੇ ਵੀ ਜੁੜਨਾ ਆਪਣੇ ਇਸ਼ਟ ਨਾਲ ਜੁੜੇ। ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ, ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ। ਜਿਹਨੇ ਰਾਮ ਨਾਲ ਜੁੜਨਾ ਰਾਮ ਨਾਲ ਜੁੜੇ, ਜਿਹਨੇ ਕ੍ਰਿਸ਼ਨ ਨਾਲ ਜੁੜਨਾ ਕ੍ਰਿਸ਼ਨ ਨਾਲ ਜੁੜੇ। ਪਰ ਲੇਕਿਨ ਇੱਕ ਦੇ ਨਾਲ ਜੁੜੋ। ਲੇਕਿਨ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਹਨ, ਸਾਂਝਾ ਗ੍ਰੰਥ ਹੈ। ਕਿਉਂਕਿ ਮੇਰੀ ਸਿੱਖ ਕੌਮ ਨੇ 7 ਚੀਜ਼ਾਂ ਬਿਲਕੁਲ ਵੱਖਰੀਆਂ ਦਿੱਤੀਆਂ ਸਿੱਖ ਕੌਮ ਨੂੰ: ਸਾਂਝਾ ਗੁਰੂ, ਸਾਂਝਾ ਰੱਬ, ਸਾਂਝਾ ਧਰਮ ਮੰਦਰ, ਸਾਂਝਾ ਗ੍ਰੰਥ, ਸਾਂਝਾ ਸਮਾਜ ਅਤੇ ਆਖਰ ਦੇ ਵਿੱਚ ਸਾਂਝਾ ਰਾਜ ਹੋਆ ਹਲੀਮੀ ਰਾਜ ਜੀ। ਸੋ ਇਹ ਸਾਡੇ ਗੁਰੂ ਨਾਨਕ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤੇ ਨੇ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਨੂੰ ਉਹ 3 ਉਪਦੇਸ਼ ਕਰਕੇ ਗਏ ਨੇ: ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਆਪਾਂ ਨੇ ਸ਼ਬਦ ਦੇ ਨਾਲ ਜੁੜਨਾ ਹੈ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ, ਆਪਣੇ ਸਾਹਿਤ ਦੇ ਨਾਲ ਜੁੜਨਾ ਹੈ, ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜਨਾ ਹੈ, ਆਪਣੇ ਵਿਰਸੇ ਨੂੰ ਨਹੀਂ ਭੁਲਾਉਣਾ। ਇਹ ਮੇਰੀ ਖਾਸ ਤੌਰ 'ਤੇ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ। ਸੋ
ਅੰਤ ਵਿੱਚ ਮੈਂ ਆਪਣੇ ਵੱਲੋਂ, ਆਪਣੇ ਢਾਡੀ ਜੱਥੇ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਭੇਟਾ ਕਰਦਾ। ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਾਂ, ਮੇਰਾ ਸ਼ਹਿਨਸ਼ਾਹ ਸਾਰੀ ਦੁਨੀਆ ਵਿੱਚ ਸੁੱਖ ਸ਼ਾਂਤੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰੇ। ਮੇਰੇ ਸਤਿਗੁਰੂ ਸਾਰੀਆਂ ਸੰਗਤਾਂ 'ਤੇ ਰਹਿਮਤਾਂ ਭਰਿਆ ਹੱਥ ਰੱਖਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੇ ਨਾਲ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਬਹੁਤ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਔਰ ਸੰਗਤਾਂ ਤੱਕ ਵੀ ਪਹੁੰਚਾਈ, ਔਰ ਬਹੁਤ ਵਧੀਆ ਸੰਦੇਸ਼ ਜਿਹੜਾ ਤੁਸੀਂ ਉਹ ਵੀ ਸੰਗਤਾਂ ਤੱਕ ਪਹੁੰਚਾਇਆ। ਅਸੀਂ ਧੰਨਵਾਦੀ ਹਾਂ, ਤੁਸੀਂ ਸਮਾਂ ਕੱਢਿਆ ਸਾਡੇ ਕੋਲ ਇੱਥੇ ਆਏ, ਔਰ ਮੈਂ ਆਪਣੇ ਚੈਨਲ ਦੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ, ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਾਖੀਆਂ ਔਰ ਸਿੱਖਿਆਵਾਂ ਉੱਤੇ ਗਿਆਨੀ ਕੁਲਜੀਤ ਸਿੰਘ ਦਿਲਬਰ ਜੀ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਰੌਸ਼ਨੀ ਪਾਈ ਔਰ ਸੰਗਤਾਂ ਨੂੰ ਜਾਣੂ ਕਰਵਾਇਆ ਗੁਰੂ ਸਾਹਿਬ ਦੇ ਜੀਵਨ ਤੋਂ। ਗਿਆਨੀ ਜੀ ਅੱਜ ਕੱਲ੍ਹ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੇਵਾ ਨਿਭਾ ਰਹੇ ਨੇ ਔਰ ਕੁਛ ਹੀ ਦਿਨ ਪਹਿਲਾਂ ਇੱਥੇ ਕੈਨੇਡਾ ਪਹੁੰਚੇ ਨੇ, ਔਰ ਅਸੀਂ ਗਿਆਨੀ ਜੀ ਦਾ ਇੱਥੇ ਕੈਨੇਡਾ ਆਉਣ 'ਤੇ ਜੀ ਆਇਆਂ ਵੀ ਕਰਦੇ ਹਾਂ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹ ਇੰਡੀਆ ਤੋਂ ਚੱਲ ਕੇ ਇੱਥੇ ਪਹੁੰਚੇ ਨੇ। ਸੋ ਬਹੁਤ ਹੀ ਵੱਡਮੁੱਲੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਅੱਜ ਮਿਲੀ ਆ, ਉਹਦੇ ਲਈ ਅਸੀਂ ਗਿਆਨੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਔਰ ਸਮਾਂ ਹੋ ਚੱਲਿਆ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮਿਲਦੇ ਹਾਂ ਫਿਰ ਇੱਕ ਨਵੇਂ ਸ਼ੋਅ ਦੇ ਵਿੱਚ ਇੱਕ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਪਰ ਜਾਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫ਼ੋਨ ਦੇ ਰਾਹੀਂ। ਇਸ ਤੋਂ ਇਲਾਵਾ ਤੁਸੀਂ ਸਾਡਾ ਫੇਸਬੁੱਕ ਜਾਂ ਟਵਿੱਟਰ ਪੇਜ ਵੀ ਫੋਲੋ ਕਰ ਸਕਦੇ ਹੋ, ਨਾਲ ਦੀ ਨਾਲ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਸ਼ੋਅ ਦੇ ਵਿੱਚ ਇੱਕ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।